ਪਿੰਡੂ ਨਹੀਂ ਕਾਰੀਗਰ ਨਹੀਂ, ਕਿਸਾਨ ਜਥੇਬੰਦੀਆਂ ਨੂੰ ਵੀ ਇੰਨਾ ਕੀ ਪਤਾ ਹੈ ਮੇਰੇ ਹਿਸਾਬ ਨਾਲ। ਨਹੀਂ ਬੇਟੇ, ਮੈਂ ਇਹ ਕਹਿਣਾ ਨਾ ਵੀ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਲੀਡਰ ਦਾ ਪੜਨਾ ਨਿਤਨ ਗਡਕਰੀ ਨੇ 11 ਜੂਨ ਨੂੰ ਬਿਆਨ ਦਿੱਤਾ ਕਿ MSP ਦੇਸ਼ ਦੀ ਆਰਥਿਕਤਾ ਲਈ ਖਤਰਾ ਹੈ। ਤੁਸੀਂ ਇਸ ਵੇਲੇ ਜੁੜ ਚੁੱਕੇ ਹੋ ਅੰਮ੍ਰਿਤਸਰ ਟਾਈਮਜ਼ ਦੇ ਨਾਲ। ਬਲਰਾਜ ਪੰਨੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਕੁਝ ਖਬਰਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਨੇ ਪਰ ਉਹ ਦਬ ਕੇ ਰਹਿ ਜਾਂਦੀਆਂ ਨੇ। ਕੁਝ ਇਵੇਂ ਹੀ ਪਿਛਲੇ ਦਿਨਾਂ ਦੇ ਵਿੱਚ ਹੋਇਆ, ਜਾਂ ਐ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਛੁਪਾ ਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਲੰਘੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਲਈ ਸਾਡੀ ਸਰਕਾਰ ਨੇ ਇੱਕ ਫੈਸਲਾ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੁੰਦੀ ਹੈ ਤੇ ਕਿਸਾਨਾਂ ਦੇ ਨਾਲ ਸੰਬੰਧਿਤ 3 ਕਾਨੂੰਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ। ਇਹ 3 ਕਾਨੂੰਨ ਹਨ: ਠੇਕਾ ਖੇਤੀ, ਜਿਸ ਦਾ ਨਾਂ ਰੱਖ ਦਿੱਤਾ ਗਿਆ ਕਿਸਾਨਾਂ ਦਾ ਸਸ਼ਕਤੀਕਰਨ, ਤੇ ਖੇਤੀ ਜਿੰਸ ਤੇ ਵਪਾਰ ਨੋਟੀਫਿਕੇਸ਼ਨ, ਤੇ ਜ਼ਰੂਰੀ ਵਸਤੂ ਨੋਟੀਫਿਕੇਸ਼ਨ। ਇਸ ਨੂੰ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰੀ ਵੀ ਮਿਲ ਗਈ ਹੈ ਤੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਿਸਾਨਾਂ ਨੂੰ ਕਿੰਨਾ ਕੁ ਲਾਭ ਹੋਏਗਾ ਜਾਂ ਕਿੰਨੀ ਕੁ ਦੁਚਿੱਤੀ ਇਹ ਕਾਨੂੰਨ ਪੈਦਾ ਕਰੇਗਾ, ਇਸ ਦੇ ਬਾਰੇ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ। ਅੱਜ ਗੱਲਬਾਤ ਦੇ ਲਈ ਸਾਡੇ ਨਾਲ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਕਿਸਾਨੀ ਦੀਆਂ ਮੁਸ਼ਕਲਾਂ ਨੂੰ ਜ਼ਮੀਨੀ ਪੱਧਰ ਤੇ ਦੇਖਿਆ ਤੇ ਹਾਂ ਦਾ ਨਾਰਾ ਵੀ ਮਾਰਿਆ ਤੇ ਲਗਾਤਾਰ ਕਿਸਾਨੀ ਦੇ ਬਾਰੇ 'ਚ ਵੱਖ-ਵੱਖ ਮੰਚਾਂ ਉੱਤੇ ਚਰਚਾ ਵੀ ਕਰਦੇ ਰਹਿੰਦੇ ਨੇ। ਸਾਡੇ ਨਾਲ ਨੇ ਇਸ ਵੇਲੇ ਡਾਕਟਰ ਗਿਆਨ ਸਿੰਘ ਜੀ। ਜੀ ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਅੰਮ੍ਰਿਤਸਰ ਟਾਈਮਜ਼ ਦੇ ਵਿਹੜੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਬੇਟੇ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ, ਪਰ ਪਹਿਲਾਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੀ ਕਿ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਅਸੀਂ ਵਿਕਾਸ ਦੀਆਂ ਲੀਹਾਂ ਤੇ ਦੌੜ ਰਹੇ ਹਾਂ, ਇਸ ਵਿਕਾਸ ਦੇ ਵਿੱਚ ਸਾਡੇ ਪੰਜਾਬ ਦੀ ਖੇਤੀ, ਸਾਡੀ ਕਿਸਾਨੀ ਪਿਛਲੇ ਸਾਲਾਂ ਦੇ ਨਾਲੋਂ ਕਿੰਨੀ ਕੁ ਵਧੀ ਫੁੱਲੀ ਹੈ, ਜਾਂ ਮੈਂ ਇਹ ਕਹਾਂਗੀ ਕਿ ਸਾਡੀ ਖੇਤੀ ਬਾਰੇ ਤਾਜ਼ੇ ਅੰਕੜੇ ਕੀ ਨੇ? ਬੇਟਾ, ਜਿਹੜੀ ਗੱਲ ਤੁਸੀਂ ਵਿਕਾਸ ਦੀ ਕਰਦੇ ਹੋ, ਇਹ ਆਰਥਿਕ ਵਿਕਾਸ ਲਈ ਟਰਮ ਯੂਜ਼ ਕਰਦੇ ਆ। ਇਹ ਆਰਥਿਕ ਵਿਕਾਸ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਇਸ ਤੋਂ ਕਿਤੇ ਵੱਧ ਮਹੱਤਵਪੂਰਨ ਹੁੰਦਾ ਹੈ ਇਹ ਜਾਣਨਾ ਕਿ ਇਹ ਆਰਥਿਕ ਵਿਕਾਸ ਕਿਹਨਾਂ ਲਈ ਹੋ ਰਿਹਾ, ਕਿਵੇਂ ਹੋ ਰਿਹਾ। ਜਿਹੜਾ ਪੰਜਾਬ ਦੇ ਸੰਦਰਭ 'ਚ ਤੁਸੀਂ ਪੁੱਛਿਆ, ਜਿੰਨਾ ਆਰਥਿਕ ਵਿਕਾਸ ਦੇਸ਼ 'ਚ ਹੋਇਆ ਜਾਂ ਪੰਜਾਬ 'ਚ ਹੋਇਆ, ਇਹ ਉਹਦਾ ਵੱਡਾ ਫਾਇਦਾ ਬਹੁਤ ਥੋੜੇ ਲੋਕਾਂ ਨੂੰ ਹੋਇਆ ਹੈ। ਤੇ ਜੇ ਤਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਉੱਪਰਲੇ 1% ਕੋਲ ਉਹ ਫਾਇਦੇ ਚਲੇ ਗਏ, 99% ਪਿੱਛੇ ਰਹਿ ਗਏ। ਜੇ ਪੰਜਾਬ ਦੀ ਗੱਲ ਕਰੀਏ, ਪਿੱਛੇ ਰਹਿਆਂ 'ਚ ਪੇਂਡੂ ਭਾਈਚਾਰਾ, ਖਾਸ ਕਰਕੇ ਖੇਤੀਬਾੜੀ ਨਾਲ ਸੰਬੰਧਿਤ 3 ਧਿਰਾਂ, ਕਿਸਾਨ, ਖੇਤ ਮਜ਼ਦੂਰ ਤੇ ਪਿੰਡੂ ਛੋਟੇ ਕਾਰੀਗਰ ਹੈ, ਜਿਹੜੇ ਉਹ ਸਲਾਈਡ ਡਾਊਨ ਹੋਏ ਨੇ, ਥੱਲੇ ਵੱਲੋਂ ਆਏ ਨੇ, ਇਹ ਦੁਰਕਾਰੇ ਗਏ ਨੇ ਤੇ ਉਜਾੜੇ ਜਾ ਰਹੇ ਨੇ। ਜੀ, ਆਪਾਂ ਅਗਲੇ ਸਵਾਲ ਦੇ ਵੱਲ ਚੱਲਦੇ ਹਾਂ। ਸਨ 2006 ਦੇ ਵਿੱਚ MS ਸਵਾਮੀਨਾਥਨ ਦੀ ਅਗਵਾਈ ਹੇਠ ਨੈਸ਼ਨਲ ਕਮਿਸ਼ਨ ਆਫ ਫਾਰਮਸ ਨੇ 5 ਵੋਲੀਅਮ ਦਾ ਇੱਕ ਭਾਰੀ ਭਰਕਮ ਰਿਪੋਰਟ ਤਿਆਰ ਕੀਤੀ, ਕੇਂਦਰ ਨੂੰ ਦੇ ਦਿੱਤੀ। ਇੱਕ ਇਨਕਲਾਬੀ ਰਿਪੋਰਟ ਆਪਾਂ ਕਹਿੰਦੇ ਆ, ਜਿਹੜੀ ਆਰਥਿਕਤਾ ਨੂੰ ਬੜੇ ਨਵੇਂ ਤਰੀਕੇ ਨਾਲ ਚਿੱਤਰਦੀ ਹੈ। 2006 ਤੋਂ ਲੈ ਕੇ ਸਾਰੀਆਂ ਪਾਰਟੀਆਂ ਮੰਗ ਕਰ ਰਹੀਆਂ ਨੇ ਕਿ ਇਸ ਰਿਪੋਰਟ ਨੂੰ ਲਾਗੂ ਕੀਤਾ ਜਾਏ, ਪਰ ਡਾਕਟਰ ਸਾਹਿਬ ਸਵਾਲ ਇਹ ਉੱਠਦਾ ਹੈ ਕਿ ਇਹ ਪਾਰਟੀਆਂ ਸਿਰਫ ਇੱਕ ਲਾਈਨ, ਇੰਨੇ ਸੈਂਕੜੇ ਸਫ਼ਿਆਂ ਦੇ ਵਿੱਚੋਂ ਇੱਕ ਲਾਈਨ ਉੱਤੇ ਜ਼ੋਰ ਦਿੰਦੀਆਂ ਨੇ, 50% ਮੁਨਾਫੇ ਦੀ ਗੱਲ ਕਰਦੀਆਂ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇੰਨੇ ਵੱਡੀ ਰਿਪੋਰਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਏਗਾ, ਉਹ ਕਿਉਂ ਨਹੀਂ ਕਿਸਾਨਾਂ ਨੂੰ ਖੋਲ ਕੇ ਦੱਸਿਆ ਜਾ ਰਿਹਾ? ਇਹ ਜਿਹੜੀ ਰਿਪੋਰਟ ਹੈ, ਇਹ 'ਚ 9 ਜਾਂ 10 ਮੇਜਰ ਰਿਕਮੈਂਡੇਸ਼ਨਸ ਨੇ, ਤੇ ਜਿਹਦੇ ਚੋਂ ਜਿਹੜੀ MSP ਵਾਲੀ ਰਿਕਮੈਂਡੇਸ਼ਨ ਹੈ, ਇਹ ਬਹੁਤ ਛੋਟੀ ਜਿਹੀ ਰਿਕਮੈਂਡੇਸ਼ਨ ਹੈ। ਜਿਵੇਂ ਭੂਮੀ ਸੁਧਾਰ ਨੇ, ਬਹੁਤ ਵੱਡੀ ਰਿਕਮੈਂਡੇਸ਼ਨ ਹੈ। ਇਸ ਤਰ੍ਹਾਂ ਦੀਆਂ ਬਾਕੀ 8 ਰਿਕਮੈਂਡੇਸ਼ਨਸ ਹੋਰ ਨੇ। ਪਰ ਤੁਸੀਂ ਕਿਹਾ ਸਾਰੀਆਂ ਪਾਰਟੀਆਂ ਇਹ ਨਹੀਂ ਚਾਹੁੰਦੀਆਂ ਕਿ MSP ਜਿਹੜੀ ਉਹ ਸਵਾਮੀਨਾਥਨ ਦੀ ਰਿਕਮੈਂਡੇਸ਼ਨ ਦੇ ਅਕੋਰਡਿੰਗਲੀ ਲਾਗੂ ਹੋਵੇ। ਇਹ ਕਿਸਾਨ ਜਥੇਬੰਦੀਆਂ ਤਕਰੀਬਨ ਸਾਰੀਆਂ ਜਾਂ ਕੁਝ ਰਾਜਸੀ ਪਾਰਟੀਆਂ ਇਹਦੀ ਮੰਗ ਕਰਦੀਆਂ ਆ ਰਹੀਆਂ ਨੇ। ਪਰ ਮੈਨੂੰ ਇਹ ਲੱਗਦਾ ਜੇ ਡਾਕਟਰ ਸਵਾਮੀਨਾਥਨ ਦੀ ਰਿਕਮੈਂਡੇਸ਼ਨ ਮੰਨ ਲਈ ਜਾਵੇ, ਜਿਹੜੀ ਕਾਸਟ ਆਫ ਪ੍ਰੋਡਕਸ਼ਨ ਪਲੱਸ 50% ਪ੍ਰੋਫਿਟ ਹੈ, ਤਾਂ ਹੋਣ ਵਾਲੀ ਘਾਟੇ ਵਾਲੀ ਖੇਤੀ ਕਿਸਾਨਾਂ ਲਈ ਜਿਹੜੇ ਮੰਡੀ ਜਾ ਕੇ ਵੇਚਦੇ ਆ ਨਫੇ ਵਾਲੀ ਹੋ ਜਾਊਗੀ। ਪਰ ਉਹ ਕਿਸਾਨ ਕਿੱਥੇ ਜਾਣਗੇ ਜਿਨ੍ਹਾਂ ਕੋਲ ਮੰਡੀ 'ਚ ਵੇਚਣ ਲਈ ਉਹ ਬਹੁਤ ਥੋੜਾ ਹੁੰਦਾ, ਜਾਂ ਮੰਡੀ 'ਚ ਵੇਚਣ ਲਈ ਬਿਲਕੁਲ ਨਹੀਂ ਹੁੰਦਾ। ਤੇ ਖੇਤ ਮਜ਼ਦੂਰ ਤੇ ਪੇਂਡੂ ਕਾਰੀਗਰ ਹੈ, ਜਿਹੜਾ ਛੋਟਾ ਪੇਂਡੂ ਕਾਰੀਗਰ ਹੈ, ਉਹ ਕਿੱਥੇ ਜਾਊਗਾ ਜਿਹਨੇ ਆਪਦੀ ਸਿਰਫ ਕਿਰਤ ਵੇਚਣੀ ਹੁੰਦੀ ਹੈ। ਤੇ ਸਵਾਮੀਨਾਥਨ ਦੀ ਰਿਕਮੈਂਡੇਸ਼ਨ, ਪਹਿਲੀ ਗੱਲ ਤਾਂ ਇਹ ਹੈ ਕਿ UPA ਦੇ ਟਾਈਮ ਤੇ ਉਹ ਰਿਪੋਰਟ ਪਈ ਰਹੀ, ਉਹਦੇ ਬਾਰੇ ਕੋਈ ਗੱਲ ਹੀ ਨਹੀਂ ਹੋਈ। ਤੇ NDA ਮੌਕੇ ਗੱਲਬਾਤ ਹੋਈ ਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦੇ ਕੇ ਕਹਿਤਾ ਅਸੀਂ ਇਹਨੂੰ ਲਾਗੂ ਨਹੀਂ ਕਰ ਸਕਦੇ, ਜਿਹਨੂੰ ਅਸੀਂ ਲਾਗੂ ਕਰਾਂਗੇ ਤਾਂ ਮੰਡੀ ਲੜ ਖੜਾ ਜੂਗੀ। ਫਿਰ ਰਾਜਸੀ ਗਿਣਤੀਆਂ ਕਰਦੇ ਹੋਏ ਇਹਨਾਂ ਨੇ ਇਹ ਵੀ ਐਲਾਨ ਕਰਤਾ ਕਿ ਅਸੀਂ ਲਾਗੂ ਕਰਤੀ। ਜਦ ਦੇਖਿਆ ਗਿਆ
ਡਾਕਟਰ ਸਵਾਮੀਨਾਥਨ ਨੇ ਆਪ ਕਹਿਤਾ ਕਿ ਕਾਸਟ ਦਾ ਜਿਹੜਾ ਬੇਸ ਹੈ ਉਹ ਗਲਤ ਲਿਆ ਗਿਆ, ਜਿਸ ਤਰ੍ਹਾਂ ਮੈਂ ਰਿਕਮੈਂਡ ਕੀਤੀ ਸੀ ਉਸ ਤਰ੍ਹਾਂ ਦੀਆਂ ਇਹ ਡੇਢੀਆਂ ਕੀਮਤਾਂ ਤੁਸੀਂ ਨਹੀਂ ਦੇ ਰਹੇ ਹੈਗੇ ਜੀ। ਉਸ ਤੋਂ ਬਾਅਦ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਇਹਦਾ ਹੋਇਆ ਹੈਗਾ ਤੇ ਹਾਲੇ ਤੱਕ ਜਿਹੜਾ ਹੈਗਾ ਕੁਝ ਜਥੇਬੰਦੀਆਂ ਫਿਰ ਮੰਗ ਕਰ ਰਹੀਆਂ ਨੇ ਕਿ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ MSP ਜਿਹੜੀ ਹੈਗੀ ਇਸ ਤਰ੍ਹਾਂ ਹੀ ਨਿਰਧਾਰਿਤ ਕੀਤੀ ਜਾਵੇ। ਇਹਨੂੰ ਸਮਝਣ ਲਈ ਜਿਹੜਾ ਬੰਦਾ ਸਿੱਧੇ ਤੌਰ ਤੇ ਨਾਲ ਰਿਲੇਟਡ ਨਹੀਂ, ਉਹਦੇ ਲਈ ਇਹ ਹੈ ਜੇ ਇੱਕ ਕਿਸਾਨ ਦਾ 1 ਲੱਖ ਰੁਪਈਆ ਉਤਪਾਦਨ ਦਾ ਖਰਚਾ ਆਵੇ ਤਾਂ ਉਹਨੂੰ ਇਸ ਰਿਕਮੈਂਡੇਸ਼ਨ ਦੇ ਅਕੋਰਡਿੰਗਲੀ 1.5 ਲੱਖ ਰੁਪਇਆ ਮਿਲੂਗਾ, ਭਾਵ 50,000 ਦਾ ਪ੍ਰੋਫਿਟ ਇੱਕ ਸਾਲ ਦਾ, 4,250 ਰੁਪਏ ਇੱਕ ਮਹੀਨੇ ਦਾ ਇੱਕ ਪਰਿਵਾਰ ਦਾ। ਜੇ 5 ਜੀਆਂ ਦਾ ਪਰਿਵਾਰ ਹੋਵੇ 800 ਕੁਛ ਰੁਪਏ ਪ੍ਰਤੀ ਪਰਿਵਾਰ, ਸਾਰਾ ਮਹੀਨਾ ਉਹਨੂੰ ਮਿਲਣਗੇ 30 ਰੁਪਏ ਤੋਂ ਘੱਟ ਰੋਜ਼ਾਨਾ। ਜੀ ਬਿਲਕੁਲ ਘਾਟੇ ਵਾਲੀ ਗੱਲ ਨਫੇ ਵਾਲੀ ਤਾਂ ਹੋਗੀ, ਪਰ ਉਹਦਾ ਗੁਜ਼ਾਰਾ ਕਿਵੇਂ ਹੋਊਗਾ? ਗੱਲ ਹੈ ਕਿ ਸਵਾਮੀਨਾਥਨ ਕਮਿਸ਼ਨ ਤੋਂ ਬਿਨਾਂ ਜਿਹੜੀਆਂ ਬਾਕੀ ਇਹ MSP ਦੀ ਰਿਕਮੈਂਡੇਸ਼ਨ ਤੋਂ ਬਿਨਾਂ ਬਾਕੀ ਰਿਕਮੈਂਡੇਸ਼ਨ ਜਾਂ ਉਸ ਤੋਂ ਵੀ ਅੱਗੇ ਜਾ ਕੇ ਰਮੇਸ਼ ਚੰਦ ਕਮੇਟੀ ਦੀਆਂ ਰਿਕਮੈਂਡੇਸ਼ਨ ਜਿਹੜੀਆਂ ਇਹਦੇ ਅਕੋਰਡਿੰਗਲੀ ਨੇ, ਇਹਦੇ ਰੈਫਰੈਂਸ ਨੇ MSP ਦੇ, ਉਹ ਮੰਨਣ ਦਾ ਰੌਲਾ ਹੈਗਾ ਤੇ ਉਹਦੇ ਨਾਲ ਹੋਰ ਬਹੁਤ ਕੁਝ ਕਰਨ ਦਾ ਰੌਲਾ, ਤਾਂ ਕਿ ਇਹ ਤਿੰਨੇ ਵਰਗ ਕਿਸਾਨ, ਖੇਤ ਮਜ਼ਦੂਰ ਦੇ ਪਿੰਡ ਛੋਟੇ ਕਾਰੀਗਰ, ਇਹਨਾਂ ਦੀਆਂ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋ ਸਕਣ। ਇਹ ਹੋ ਨਹੀਂ ਰਿਹਾ। ਜਿਹੜਾ ਤੁਸੀਂ ਵਿਕਾਸ ਵਾਲੀ ਗੱਲ ਪੰਜਾਬ ਦੇ ਸੰਦਰਭ ਵਿੱਚ ਕੀਤੀ, ਪੰਜਾਬ 'ਚ ਵੱਡੀ ਗਿਣਤੀ 'ਚ ਕਿਸਾਨ, ਖੇਤ ਮਜ਼ਦੂਰ ਤੇ ਕੁਝ ਕੇਸਾਂ 'ਚ ਪਿੰਡੂ ਛੋਟੇ ਕਾਰੀਗਰ ਜਿਹੜੇ ਬਹੁਤ ਵੱਡੀ ਗਿਣਤੀ 'ਚ ਉਜਾੜ ਵੀ ਦਿੱਤੇ ਗਏ ਨੇ, ਹੋਰ ਪ੍ਰੋਫੈਸ਼ਨਾਂ 'ਚ ਢੱਕ ਦਿੱਤੇ ਗਏ ਨੇ, ਉਹ ਖੁਦਕਸ਼ੀਆਂ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਹੁਣ ਤੱਕ ਕਿੰਨਾ ਕੁ ਸਵਾਮੀਨਾਥਨ ਦੀ ਰਿਪੋਰਟ ਤੇ ਕੋਈ ਅਸਰ ਜਿਹੜਾ ਕੀਤਾ ਗਿਆ? ਕਹਿੰਦੇ ਨੇ ਕਿ ਅਸੀਂ ਉਸ ਨੂੰ ਲਾਗੂ ਕਰ ਰਹੇ ਹਾਂ, ਕਿੰਨਾ ਕੁ ਉਸ ਦਾ ਜਿਹੜਾ ਮਤਲਬ ਪ੍ਰਭਾਵ ਹੈ ਮੰਨਿਆ ਗਿਆ, ਸਾਡੀ ਖੇਤੀ ਦੇ ਵਿੱਚ ਕਿੰਨਾ ਕੁ ਵਾਧਾ ਜਿਹੜਾ ਉਹ ਕੀਤਾ ਗਿਆ? ਬੇਟੇ, ਵਾਅਦੇ ਤੇ ਦਾਅਵੇ ਜੀ, ਇਹਨਾਂ ਦਾ ਜਿਹੜਾ ਹੈਗਾ ਜਾਂ ਮੁਲਾਂਕਣ ਕੀਤਾ ਗਿਆ ਤਾਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਾਇਆ ਗਿਆ, ਹੈ ਨਾ। A2+FL ਕਾਸਟ ਜਿਹੜੀ ਹੈਗੀਆਂ ਉਹਦੇ ਬੇਸ ਤੇ ਆਲ ਇੰਡੀਆ ਲੈਵਲ ਤੇ ਦਿੰਦੇ ਆ, ਉਹਦੀਆਂ ਹੋਰ ਫਿਰ ਬਹੁਤ ਸਾਰੀਆਂ ਲਿਮਿਟੇਸ਼ਨਸ ਨੇ ਕਿ ਆਲ ਇੰਡੀਆ ਲੈਵਲ ਤੇ ਜਦ ਐਵਰੇਜ ਲਈ ਜਾਂਦੀ ਹੈ ਤਾਂ ਪੰਜਾਬ ਵਰਗੇ ਹਾਈ ਕਾਸਟ ਆਫ ਪ੍ਰੋਡਕਸ਼ਨ ਏਰੀਆ ਨਾਲ ਇਨਜਸਟਿਸ ਹੁੰਦਾ ਹੈਗਾ। ਤੇ ਜਿਹੜੀ ਸਵਾਮੀਨਾਥਨ ਦੀ ਰਿਕਮੈਂਡੇਸ਼ਨ ਹੈ ਉਹ C2 ਕਾਸਟ +50% ਹੈਗਾ। C2 ਦਾ ਭਾਵ ਹੈ ਕਿ ਜਿੰਨੇ ਉਹਨੇ ਮਾਰਕੀਟ 'ਚੋਂ ਸਾਧਨ ਮੁੱਲ ਲਏ ਨੇ, ਜਿੰਨੇ ਉਹਨੇ ਘਰੋਂ ਵਰਤੇ ਨੇ, ਉਹਨਾਂ ਸਾਰਿਆਂ ਨੂੰ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ ਇਨਕਲੂਡ ਕੀਤਾ ਜਾਵੇ, ਜਿਹੜਾ ਅੱਜ ਵੀ ਨਹੀਂ ਕੀਤਾ ਜਾ ਰਿਹਾ। ਇਸ ਲਈ ਉਹ ਮੰਨੀ ਤਾਂ ਗਈ ਉਹ ਨਹੀਂ ਹੈਗੀ, ਕਿਸੇ ਪੱਧਰ ਤੇ ਵੀ ਨਹੀਂ ਮੰਨੀ ਗਈ ਹੈਗੀ। ਤੇ ਦਾਅਵੇ ਤੇ ਵਾਅਦੇ ਸਾਡੇ ਰਾਜਸੀ ਲੋਕ ਹੋਣ ਵਾਲੇ ਨਹੀਂ, ਪਹਿਲੇ ਵੀ 1991 ਤੋਂ ਲੈ ਕੇ ਜਿੰਨੇ ਸਾਡੇ ਹਕੂਮਤਾਂ ਨੇ, ਸਾਰੇ ਇਸ ਤਰ੍ਹਾਂ ਦੇ ਵਾਅਦੇ ਦਾਅਵੇ ਕਰਕੇ ਇਹ ਲੋਕਾਂ ਦੇ ਪੱਲੇ ਕੁਝ ਨਹੀਂ ਪਾਉਂਦੇ। ਪਰ ਇਹ ਹਾਕਮ ਸਾਡੇ ਇਹ ਮੰਨ ਕੇ ਚੱਲਦੇ ਆ ਕਿ ਲੋਕਾਂ ਦੀ ਮੈਮਰੀ ਸ਼ਾਰਟ ਹੁੰਦੀ ਹੈ, ਇੱਕ ਵਾਰੀ ਗੱਲ ਕਹਿ ਦਿਓ ਇਹ ਫਿਰ ਭੁੱਲ ਜਾਂਦੇ ਨੇ, ਨਵੀਂ ਗੱਲ ਕਹਿ ਦਿਓ ਫਿਰ ਉਹਦੇ ਪਿੱਛੇ ਲੱਗ ਜਾਂਦੇ। ਜੀ ਡਾਕਟਰ ਸਾਹਿਬ, ਇੱਕ ਹੋਰ ਅਹਿਮ ਗੱਲ ਜਿਹੜੀ ਆ ਉਹ ਕਰਨੀ ਬਣਦੀ ਹੈ। ਇਹ ਜਿਹੜੀ ਇੰਨੀ ਇਨਕਲਾਬੀ ਰਿਪੋਰਟ, ਸਵਾਮੀਨਾਥਨ ਰਿਪੋਰਟ ਜਿਹੜੀ ਹੈ ਇਨਕਲਾਬੀ ਹੈ, ਕਿਸਾਨਾਂ ਨੂੰ ਸਿਰਫ ਇੱਕ ਲਾਈਨ ਜਿਹੜੀ ਹੈ ਦੱਸੀ ਜਾਂਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਅਨੁਵਾਦ ਜਿਹੜਾ ਪੰਜਾਬੀ ਦੇ ਵਿੱਚ ਜੇ ਹੋ ਜੇ ਤੇ ਹਰ ਇੱਕ ਕਿਸਾਨ ਤੱਕ ਇਹ ਪਹੁੰਚਾਈ ਜਾਏ, ਉਹਨਾਂ ਨੂੰ ਪਤਾ ਲੱਗੇ ਕਿ ਇਸ ਰਿਪੋਰਟ ਦੇ ਵਿੱਚ ਹੈ ਕੀ ਹੈ, ਸਾਡੇ ਲਈ ਮੰਗਿਆ ਕੀ ਗਿਆ, ਸਾਡੇ ਲਈ ਹਾਂ ਦਾ ਨਾਅਰਾ ਕੀ ਮਾਰਿਆ ਗਿਆ? ਤੇ ਬੇਟਾ, ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਰਾਏ ਹੈ ਬਿਲਕੁਲ ਢੁਕਵੀਂ ਹੈ। ਇਹ ਪਹਿਲੀ ਗੱਲ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਕੋਲ ਜਾਵੇ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਇਹਨੂੰ ਪੜ੍ਹਨ ਜੀ, ਉਹਨਾਂ ਕੋ ਦੋਨਾਂ ਕੋ ਤਾਂ ਘੱਟੋ ਘੱਟ ਜਾਣੀ ਚਾਹੀਦੀ ਹੈ। ਜੇ ਪਿੰਡੂ ਕਾਰੀਗਰ ਕਿਸਾਨ ਜਥੇਬੰਦੀਆਂ ਨੂੰ ਵੀ ਇੰਨਾ ਕੀ ਪਤਾ ਹੈ ਮੇਰੇ ਹਿਸਾਬ ਨਾਲ? ਨਹੀਂ ਬੇਟੇ, ਮੈਂ ਇਹੀ ਕਹਿਣਾ ਨਾ ਵੀ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਲੀਡਰ ਤਾਂ ਪੜ੍ਹਨ ਨਾ, ਫਿਰ ਉਹ ਕਿਸਾਨਾਂ ਤੱਕ ਜਾਵੇ, ਕਿਸਾਨ ਵੀ ਪੜ੍ਹ ਕੇ ਉਹ ਆਪਦੇ ਲੀਡਰਾਂ ਨਾਲ ਗੱਲ ਕਰਨ, ਫਿਰ ਗੱਲ ਬਣਦੀ ਹੈ ਕਿ ਸਾਡੇ ਲਈ ਰਿਕਮੈਂਡੇਸ਼ਨਸ ਕੀ ਨੇ, ਅਸੀਂ ਮੰਗ ਕੀ ਰਹੇ ਹਾਂ ਤੇ ਸਾਡੀ ਮੁਕਤੀ ਕਿੱਥੋਂ ਹੋਣੀ ਹੈ। ਜੀ ਬਿਲਕੁਲ। ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਵਰਗ ਨੇ ਉਹ ਇਸ ਦਲਦਲ ਦੇ ਵਿੱਚ ਫਸੇ ਨੇ, ਗਰੀਬੀ ਦੇ ਵਿੱਚ ਫਸੇ ਨੇ, ਕਰਜ਼ੇ ਦੀ ਮਾਰ ਹੇਠ ਫਸੇ ਨੇ। ਤੁਸੀਂ ਜ਼ਮੀਨੀ ਪੱਧਰ ਤੇ ਸਾਰਾ ਕੁਝ ਦੇਖਿਆ, ਕਿਹੜੇ ਤੱਥ ਜ਼ਿੰਮੇਵਾਰ ਮੰਨਦੇ ਹੋ? ਬੇਟੇ, ਇਹਦੇ ਵਿੱਚ ਇਹ ਹੈ ਕਿ ਨੈਸ਼ਨਲ ਲੈਵਲ ਤੇ ਦੇਸ਼ ਦੀ 50% ਦੇ ਕਰੀਬ ਜਨਸੰਖਿਆ ਖੇਤੀਬਾੜੀ ਤੇ ਨਿਰਭਰ ਹੈ। ਉਹਨੂੰ ਰਾਸ਼ਟਰੀ ਆਮਦਨ ਚੋਂ 14% ਤੋਂ ਘੱਟ ਦਿੱਤਾ ਜਾ ਰਿਹਾ ਹੈ। ਜਦ 50% ਲੋਕਾਂ ਨੂੰ 14% ਤੋਂ ਘੱਟ ਦੇਵਾਂਗੇ, ਉਹਦੇ ਵਿੱਚ ਫਿਰ ਵਰਗ ਨੇ, ਵੱਡੇ ਕਿਸਾਨ ਨੇ, ਇਹ ਦਰਮਿਆਨੇ ਕਿਸਾਨ ਨੇ, ਅਰਧ ਦਰਮਿਆਨੇ ਕਿਸਾਨ ਨੇ, ਛੋਟੇ ਕਿਸਾਨ ਹੈ, ਨਿਮਨ ਕਿਸਾਨ ਹੈ, ਬੇਜ਼ਮੀਨੇ ਕਿਸਾਨ ਨੇ, ਖੇਤ ਮਜ਼ਦੂਰ ਨੇ, ਪਿੰਡੂ ਕਾਰੀਗਰ ਨੇ। ਜਿਸ ਤਰ੍ਹਾਂ ਮੈਂ ਗਿਣਿਆ ਉੱਪਰ ਤੋਂ ਲੈ ਕੇ ਥੱਲੇ ਤੱਕ, ਇਹ ਉਹਨਾਂ ਦਾ ਹਿੱਸਾ ਲਗਾਤਾਰ ਘਟਦਾ ਹੀ ਆਉਂਦਾ ਹੈਗਾ। ਇੱਕ ਸਿਰਫ ਵੱਡੇ ਕਿਸਾਨਾਂ ਨੂੰ ਛੱਡ ਕੇ ਬਾਕੀਆਂ ਜਿੰਨੀਆਂ ਕਿਸਾਨਾਂ ਦੀਆਂ ਸ਼੍ਰੇਣੀਆਂ ਨੇ ਜਾਂ ਖੇਤ ਮਜ਼ਦੂਰ ਹੈ, ਪਿੰਡੂ ਕਾਰੀਗਰ ਹੈ, ਉਹਨਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ 2 ਡੰਗ ਦੀ ਰੁੱਖੀ ਸੁੱਕੀ ਰੋਟੀ ਲਈ ਚੁੱਲ੍ਹਾ ਬਲਦਾ ਰੱਖਣ ਲਈ ਵੀ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਤੇ ਕਰਜ਼ੇ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਉਹ ਆਪਣੀ ਆਮਦਨ ਚੋਂ ਕਰਜ਼ਾ ਮੋੜਨ ਬਾਰੇ ਤਾਂ ਸੋਚ ਵੀ ਨਹੀਂ ਸਕਦੇ, ਉਹਦਾ ਕਰਜ਼ੇ ਉੱਪਰਲਾ ਵਿਆਜ ਦੇਣ ਦੀ ਸਥਿਤੀ ਵਿੱਚ ਵੀ ਨਹੀਂ ਹੈਗੇ।
ਤੇ ਕਰਜ਼ੇ ਦੇ ਵਿੱਚ ਉਹ ਵੱਖ-ਵੱਖ ਤਰ੍ਹਾਂ ਦੀ ਵਗਾਰ, ਵੱਖ-ਵੱਖ ਤਰ੍ਹਾਂ ਦੇ ਵਕਾਰ ਹੰਢਾ ਰਹੇ ਨੇ। ਜਿਵੇਂ ਖੇਤ ਮਜ਼ਦੂਰ ਨੇ, ਉਹ ਕਿਸੇ ਖਾਂਦੇ ਪੀਂਦੇ ਘਰ ਤੋਂ ਕੋਈ ਕੱਟੀ ਵੱਛੀ ਅਧਿਆਰੇ ਤੇ ਲੈ ਲੈਂਦੇ ਨੇ, ਪਰ ਜਦੋਂ ਬੱਚਿਆਂ ਨੂੰ ਆਸ ਹੁੰਦੀ ਹੈ ਕਿ ਦੁੱਧ ਹੋਊਗਾ, ਜਦੋਂ ਉਹ ਝੋਟੀ ਜਾਂ ਬੈੜੀ ਬਣਦੀ ਹੈ, ਪਹਿਲੇ ਸੂਏ ਆਉਂਦੀ ਹੈ, ਤਾਂ ਮੁੜ ਕੇ ਜਿਹੜਾ ਖਾਂਦਾ ਪੀਂਦਾ ਘਰ ਉਹਦਾ ਮੁੱਲ ਪਾ ਕੇ ਉਹਨੂੰ ਵਾਪਸ ਲੈ ਜਾਂਦਾ ਹੈ, ਕਿਉਂਕਿ ਕਰਜ਼ੇ ਦਾ ਬੋਝ ਭਾਵੇਂ ਕੁਛ ਹਜ਼ਾਰਾਂ 'ਚ ਹੈ ਉਹਨਾਂ ਸਿਰ, ਪਰ ਉਹ ਮੋੜਨਾ, ਗਲ 'ਚ ਪਰਨਾ ਪਾਇਆ ਹੈ, ਇਸ ਲਈ ਉਹ ਫਿਰ ਨਹੀਂ ਉਹਨਾਂ ਨੂੰ ਦੁੱਧ ਮਿਲਦਾ। ਇਸ ਤਰ੍ਹਾਂ ਹੀ ਉਹਨਾਂ ਦੇ ਬੱਚੇ ਜਿਨ੍ਹਾਂ ਨੂੰ ਸਕੂਲ ਜਾਣਾ ਚਾਹੀਦਾ ਹੈ, ਉਹ ਬੱਚੇ ਬਾਲ ਮਜ਼ਦੂਰੀ ਵੇਚਦੇ ਨੇ। ਉਹਨਾਂ ਦੀਆਂ ਔਰਤਾਂ ਜਿਹੜੀਆਂ ਦੂਜੇ ਜਨਰਲ ਵਰਗ ਦੇ ਔਰਤਾਂ ਦੀ ਤਰ੍ਹਾਂ ਸਨਮਾਨ ਨਾਲ ਰਹਿਣੀ ਚਾਹੀਦੀਆਂ ਨੇ, ਉਹ ਖੇਤਾਂ 'ਚ ਜਾਂ ਹੋਰ ਜਗ੍ਹਾ ਆਪਦੇ ਹੱਡ ਭਨਾਉਂਦੀਆਂ ਨੇ ਤੇ ਵੱਖ-ਵੱਖ ਨਿਪੀੜਨ ਝੱਲਦੀਆਂ ਨੇ। ਹੋਰ ਬੰਧੂਆਂ ਮਜ਼ਦੂਰਾਂ ਵਰਗੀਆਂ ਪਤਾ ਨਹੀਂ ਕਿੰਨੀਆਂ ਨਰਾਦਰੀਆਂ ਇਹਨਾਂ ਲੋਕਾਂ ਨਾਲ ਹੁੰਦੀਆਂ ਨੇ। ਜੀ ਬਿਲਕੁਲ ਬਿਲਕੁਲ ਬਿਲकुल। ਸੋ ਕੁੱਲ ਮਿਲਾ ਕੇ ਕਾਫੀ ਸਾਰੇ ਤੱਥ ਜਿਹੜੇ ਨੇ ਉਹ ਜ਼ਿੰਮੇਵਾਰ ਨੇ ਇਸ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਵਰਗਾਂ ਨੂੰ ਨੀਵੇਂ ਪੱਧਰ ਵੱਲ ਮੈਂ ਇੱਕ ਮੇਨ ਪੱਖ ਦੱਸਿਆ, ਇਹ ਖੇਤੀਬਾੜੀ 'ਚ ਜਨਸੰਖਿਆ ਨਿਰਭਰਤਾ ਅਤੇ ਉਹਨਾਂ ਨੂੰ ਦਿੱਤਾ ਜਾਂਦਾ ਰਾਸ਼ਟਰੀ ਆਮਦਨ ਜੋ ਹਿੱਸਾ। ਕੁੱਲ ਮਿਲਾ ਕੇ ਜੇ ਸਾਰੇ ਗੱਲਾਂ ਕਰਨੀ ਹੋਵੇ ਤਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਖੇਤੀਬਾੜੀ ਨੀਤੀਆਂ ਇਹਨਾਂ ਲੋਕਾਂ ਦੀ ਮਾੜੀ ਆਰਥਿਕ ਹਾਲਤ ਲਈ ਜ਼ਿੰਮੇਵਾਰ। ਜੀ ਬਿਲਕੁਲ। ਖੇਤੀ ਨੂੰ ਲੈ ਕੇ ਡਾਕਟਰ ਸਾਹਿਬ ਬਹੁਤ ਸਾਰੇ ਸਰਵੇ ਵੀ ਹੋਏ ਨੇ, ਜਿਨ੍ਹਾਂ ਦੇ ਵਿੱਚ ਕੁਝ ਤੁਸੀਂ ਵੀ ਸ਼ਾਮਲ ਹੋ। ਇਹਨਾਂ ਦਾ ਫਾਇਦਾ ਕੀ ਹੋਇਆ? ਬੇਟੇ ਜਿਹੜਾ ਹੈਗਾ ਖੇਤੀ ਦਾ ਇੱਕ ਸਰਵੇ ਮੈਂ ਤੇ ਮੇਰੇ ਸਹਿਯੋਗੀਆਂ ਨੇ ਕੀਤਾ ਤੇ ਇੰਡੈਟਡਨੈਸ ਅਮੰਗ ਫਾਰਮਰਸ ਐਂਡ ਐਗਰੀਕਲਚਰ ਲੇਬਰਰਸ ਇਨ ਰੂਰਲ ਪੰਜਾਬ। ਇਹ ICSSR ਦਾ ਸਪਾਂਸਰਡ ਸਰਵੇ ਸੀ, ਪੂਰੇ ਪੰਜਾਬ ਦਾ ਸੀ, ਜਿਸ 'ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਤੇ ਗਰੀਬੀ ਬਾਰੇ ਡਿਟੇਲਡ ਐਨਾਲਿਸਿਸ ਹੈ। ਉਹਦਾ ਅਸਰ ਇੰਨਾ ਕੁ ਹੋਇਆ ਕਿ ਉਹ ਸਟੇਟ ਲੈਵਲ ਤੇ, ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ ਉਹਦੀ ਡਿਸਕਸ਼ਨ ਹੋਈ। ਸਾਡੀ ਅਸੈਂਬਲੀ 'ਚ ਜਦੋਂ ਇਹ ਸਰਕਾਰ ਪਹਿਲੀ ਵਾਰੀ ਆਈ ਹੈ, ਉੱਥੇ ਵੀ ਗੱਲ ਹੋਈ ਤੇ ਉੱਥੇ ਇਹਨਾਂ ਨੇ ਕਮਿਟ ਕੀਤਾ ਕਿ ਇਹ ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਵਧੀਆ ਨੇ ਤੇ ਡਿਟੇਲਡ ਰਿਪੋਰਟ ਹੈ, ਇਹ ਤੇ ਅਮਲ ਕੀਤਾ ਜਾਊਗਾ। ਪਰ ਅਮਲ ਨਹੀਂ ਹੋਇਆ ਹੈਗਾ। ਉਹ ਅਮਲ ਖਾਲੀ ਨੇ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪੂਰੇ ਕਰਜ਼ੇ ਮਾਫ ਕਰਾਂਗੇ। ਵੱਖ-ਵੱਖ ਅੰਦਾਜ਼ਿਆਂ ਮੁਤਾਬਕ ਕਿਸਾਨਾਂ ਸਿਰ ਹੁਣ ਤਕਰੀਬਨ 1.5 ਲੱਖ ਕਰੋੜ ਦੇ ਨਜ਼ਦੀਕ ਕਰਜ਼ਾ ਹੈ। ਉਹ ਜੋ ਸਿਰਫ 4800 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਸਾਡੀ ਸੂਬਾ ਸਰਕਾਰ ਕਲੇਮ ਕਰਦੀ ਹੈ। ਉਹ ਵੀ ਹਲੇ ਬਾਅਦ 'ਚ ਪਤਾ ਲੱਗੂ 4800 ਜਾਂ ਘੱਟ ਹੈਗਾ। ਤੇ ਪਰ ਜੇ 4800 ਹੋਵੇ ਵੀ ਕਿੱਥੇ 1.5 ਲੱਖ, ਕਿੱਥੇ 48,000। ਪਰ ਇੱਕ ਕਿਸਾਨਾਂ ਤੋਂ ਖੇਤੀਬਾੜੀ ਪੇਂਡੂ ਆਰਥਿਕਤਾ ਦੀ ਪੌੜੀ ਵਾਲਾ ਥੱਲੇ ਵਾਲਾ ਡੰਡਾ ਜਿਹੜਾ ਹੈਗਾ ਉਹ ਖੇਤ ਮਜ਼ਦੂਰ ਨੇ, ਜਿਹੜਾ ਘਸਦਾ ਵੀ ਜ਼ਿਆਦਾ ਹੈ, ਟੁੱਟਦਾ ਵੀ ਜ਼ਿਆਦਾ ਹੈ। ਉਹਦਾ ਤਾਂ ਇੱਕ ਪੈਸੇ ਦਾ ਕਰਜ਼ਾ ਵੀ ਨਹੀਂ ਮਾਫ ਹੋਇਆ ਹੈਗਾ। ਫਿਰ ਇਹਨਾਂ ਨੇ ਬਿਲਕੁਲ ਮੇਰਾ ਸਵਾਲ ਇਹੀ ਸੀ ਡਾਕਟਰ ਸਾਹਿਬ ਕਿ ਸਰਕਾਰਾਂ ਦਾਅਵਾ ਕਰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਆਪ ਦੀ ਚੋਣ ਦੇ ਲਈ ਪਹਿਲੀ ਕਤਾਰ ਦੇ ਵਿੱਚ ਖਲੋਤੇ ਨੇ ਕਿ ਅਸੀਂ ਕਰਜ਼ੇ ਮਾਫ ਕੀਤੇ ਨੇ। ਕਿ ਉਹ ਨੀਵੇਂ ਪੱਧਰ ਤੱਕ ਗਿਆ ਕਿ ਸਿਰਫ ਜਿਹੜੇ ਚਿੱਟ ਕੱਪੜੀਏ ਕਿਸਾਨ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਕਿਸਾਨ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤੇ ਹੁੰਦੇ ਨੇ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਨੇ ਤੇ ਵੱਡੀਆਂ ਗੱਡੀਆਂ 'ਚ ਉਤਰਦੇ ਨੇ, ਤੇ ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਚਾਦਰਾਂ ਪਿੱਛੇ ਵੀ ਵੱਟ ਪਏ ਹੁੰਦੇ ਨੇ। ਸੋ ਕਿਸਾਨ ਦੋ ਕਿਸਮ ਦੇ ਹੁੰਦੇ ਨੇ, ਫਾਇਦਾ ਕਿਹੜੇ ਲੈ ਗਏ? ਤੇ ਬੇਟਾ ਜਿਹੜਾ ਇਹ ਮੁਆਫ ਕੀਤਾ ਗਿਆ, ਕੁੱਲ ਮਿਲਾ ਕੇ ਛੋਟੀ ਕਿਸਾਨੀ ਦਾ ਮੁਆਫ ਕੀਤਾ ਗਿਆ। ਪਰ ਜਿਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਕਿ 3 ਫੁੱਟ ਬਾਈ 6 ਫੁੱਟ ਦੇ ਸਰਟੀਫਿਕੇਟ ਉਹਨਾਂ ਦੇ ਗਲ 'ਚ ਪਾਏ ਗਏ ਨੇ। ਮੰਨ ਲਓ ਮੈਂ ਗਰੀਬ ਘਰ ਦਾ ਬੱਚਾ, ਮੈਂ ਸਕੂਲ 'ਚ ਦਾਖਲ ਹੋਣਾ, ਮੈਂ ਫੀਸ ਨਹੀਂ ਦੇ ਸਕਦੇ, ਮੇਰੇ ਮਾਪਿਓ ਮੈਨੂੰ ਬੈਂਚ ਤੇ ਖੜਾ ਕੇ ਮੇਰੇ ਗਲ 'ਚ ਇੱਕ ਉੱਡਾ ਹੀ ਸਰਟੀਫਿਕੇਟ ਪਾਇਆ ਜਾਵੇ। ਸਕੂਲ ਦਾ ਹੈਡਮਾਸਟਰ ਜਾਂ ਪ੍ਰਿੰਸੀਪਲ ਕਹੇ ਵੀ ਗਿਆਨ ਸਿੰਘ ਦਾ ਫੀਸ ਇਹਦੇ ਮਾਪਿਓ ਦੇ ਨਹੀਂ ਸਕਦੇ, ਇਹਨੂੰ ਅਸੀਂ ਫੀਸ ਪੇਰੈਂਟਸ ਵੱਲੋਂ ਜਾਂ PTA ਵੱਲੋਂ ਜਾਂ ਕਿਸੇ ਹੋਰ ਵੱਲੋਂ ਦਿੱਤੀ ਹੈ, ਮੈਨੂੰ ਇੰਨਾ ਜਲੀਲ ਕੀਤਾ ਜਾਵੇ। ਜਿਹੜੇ ਕਿਸਾਨਾਂ ਦਾ ਮਾਫ ਹੋਇਆ ਉਹਨਾਂ ਦੀ ਜਲਾਲਤ ਹੋਈ ਹੈ। ਪਰ ਇੱਕ ਗੱਲ ਨਾਲ ਮੈਂ ਸਹਿਮਤ ਹਾਂ, ਚਿੱਟ ਕੱਪੜੀਏ ਭਾਵੇਂ ਉਹ ਛੋਟੀ ਕਿਸਾਨੀ 'ਚ ਆਉਂਦੇ ਸੀ ਜਾਂ ਨਹੀਂ ਆਉਂਦੇ ਸੀ, ਇਹ ਇਸ ਤਰ੍ਹਾਂ ਦੇ ਵੀ ਕੇਸ ਆਏ ਨੇ ਕਿ ਉਹ ਹੋ ਗਏ। ਇੱਕ ਹੋਰ ਤਾਂ ਹੋਰ, ਇੱਕ ਜਿਹੜੀ ਸੈਂਕੜੇ ਕਰੋੜਾਂ ਰੁਪਏ ਦੀ ਫਰਮ ਹੈ, ਇਹ ਉਹਦਾ ਮਾਲਕ ਵੀ ਇਸ ਮਾਫੀ ਦੇ ਵਿੱਚ ਉਹਦਾ ਜ਼ਿਕਰ ਹੋਇਆ। ਇਸ ਤਰ੍ਹਾਂ ਦੀਆਂ ਕੁਝ ਐਕਸੈਪਸ਼ਨ ਹੈਗੀਆਂ ਜਿੱਥੇ ਚਿੱਟ ਕੱਪੜੀਆਂ ਨੂੰ ਜਾਂ ਖਾਂਦੇ ਪੀਂਦੇ ਘਰਾਂ ਨੂੰ ਵੀ ਉਹਦਾ ਫਾਇਦਾ ਗਿਆ। ਕੁੱਲ ਮਿਲਾ ਕੇ ਛੋਟੀ ਕਿਸਾਨੀ ਹੋਇਆ, ਪਰ ਹੋਇਆ ਕਿੰਨਾ? 1.5 ਲੱਖ ਕਰੋੜ ਚੋਂ 5000 ਕਰੋੜ ਤੋਂ ਵੀ ਘੱਟ ਹੋਇਆ ਹੈਗਾ। 30ਵਾਂ ਹਿੱਸਾ ਵੀ ਨਹੀਂ ਹੋਇਆ, 30ਵੇਂ ਹਿੱਸੇ ਤੋਂ ਵੀ ਘੱਟ ਹੋਇਆ। ਫਿਰ ਇਹ ਤਾਂ ਕਿਤੇ ਗੱਲ ਬਣਦੀ ਨਹੀਂ ਹੈਗੀ। ਜੀ ਡਾਕਟਰ ਸਾਹਿਬ, ਤੁਸੀਂ ਗੱਲ ਹੁਣੇ ਕੀਤੀ, ਉਸ ਚੀਜ਼ ਨੂੰ ਬੜਾ ਫੀਲ ਕੀਤਾ ਗਿਆ ਸੀਗਾ। ਉਸ ਸਮੇਂ ਸਾਡੇ ਬੁੱਧੀਜੀਵੀਆਂ ਨੇ ਹਾਂ ਦਾ ਨਾਰਾ ਵੀ ਮਾਰਿਆ ਸੀਗਾ ਕਿ ਇੱਕ ਕਿਸਾਨ ਨੂੰ ਤੁਸੀਂ ਉਹਦਾ ਲੱਖ ਰੁਪਈਆ ਜਾਂ 50,000 ਮਾਫ ਕਰਦੇ ਹੋ ਤੇ ਏਡੇ ਵੱਡੇ ਸਰਟੀਫਿਕੇਟ ਦੇ ਨਾਲ ਤੁਸੀਂ ਉਹਨੂੰ ਸਟੇਜ ਤੇ ਸਾਰਿਆਂ ਦੇ ਸਾਹਮਣੇ ਜਲੀਲ ਕਰਦੇ ਹੋ। ਕਰਜ਼ਾ ਪਤਾ ਨਹੀਂ ਉਹਦਾ ਵਿਚਾਰੇ ਦਾ ਮਾਫ ਹੋਣ ਨਾਲੋਂ ਬਹੁਤਾ ਉਹਨੂੰ ਇਹ ਚੀਜ਼ ਸਾਰੀ ਉਮਰ ਜਿਹੜੀ ਆ ਉਹ ਮਹਿਸੂਸ ਹੋਏਗੀ। ਕਿ ਕਿਹਦਾ ਫਰਜ਼ ਬਣਦਾ ਸੀਗਾ ਕਿ ਉਦੋਂ ਇਹ ਸਾਡੀ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਗੱਲ ਵਾੜਦੇ ਵੀ ਭਾਈ ਤੁਸੀਂ ਇਸ ਚੀਜ਼ ਨੂੰ ਰੋਕੋ ਜਾਂ ਇਸ ਵਿੱਚ ਬਦਲਾਵ ਤੁਸੀਂ ਲਿਆ ਸਕਦੇ ਹੋ? ਕਿਸੇ ਦਾ ਕੋਈ ਫਰਜ਼ ਨਹੀਂ ਸੀਗਾ ਬਣਦਾ? ਤੇ ਬੇਟਾ ਦੇਖ, ਫਰਜ਼ ਦਾ ਉਹਨਾਂ ਦਾ ਬਣਦਾ ਹੈ ਜਿਹੜੇ ਲੋਕਾਂ ਤੋਂ ਹੱਥ ਜੋੜ ਕੇ
ਲੋਕਾਂ ਦੇ ਗੋਡੀਆਂ ਹੱਥ ਲਾ ਕੇ ਪੈਰੀਂ ਹੱਥ ਲਾ ਕੇ ਵੋਟਾਂ ਮੰਗਦੇ ਸੀ ਕਿ ਜਿਹੜਾ ਵਾਅਦਾ ਉਹਨਾਂ ਨੇ ਕੀਤਾ ਉਹ ਪੂਰਾ ਕਰਨ। ਮੇਰਾ ਪਿੰਡ ਖੰਨੇ ਨਜ਼ਦੀਕ ਈਸੜੂ ਹੈ। ਮੇਰੇ ਪਿੰਡ 'ਚ ਇੱਕ ਫਾਰਮਰ ਸੀ, ਉਹਦੇ ਘਰੇ ਬੈਂਕ ਵਾਲੇ ਗਏ ਵੀ ਤੇਰਾ ਕਰਜ਼ਾ ਜਿਹੜਾ ਓਵਰਡਿਊ ਹੋਗਾ ਦੇ, ਨਹੀਂ ਤਾਂ ਫਿਰ ਲੀਗਲ ਐਕਸ਼ਨ ਹੋਊਗਾ। ਉਹ ਕਹਿੰਦਾ ਤੁਹਾਨੂੰ ਪਟਿਆਲੇ ਮਿਲੂਗਾ। ਉਹ ਕਹਿੰਦੇ ਵੀ ਪਿੰਡ ਤੇਰਾ ਈਸੜੂ ਹੈ, ਤੈਨੂੰ ਪਟਿਆਲੇ ਕੌਣ ਦਊਗਾ? ਉਹ ਕਹਿੰਦਾ ਪਟਿਆਲੇ ਵਾਲਾ ਜਿਹਨੇ ਮੇਰੇ ਨਾਲ ਵਾਅਦਾ ਕੀਤਾ ਸੀ ਚੀਫ ਮਿਨਿਸਟਰ ਕੈਪਟਨ, ਉਹਨੂੰ ਤਾਂ ਕੈਪਟਨ ਨੇ ਕਿਹਾ ਨਾ ਵੀ ਚੀਫ ਮਿਨਿਸਟਰ ਦਊਗਾ, ਹੈਨਾ। ਚਲੋ ਉਹ ਮੁੜ ਗਏ, ਉਹ ਕਰਜ਼ਾ ਵੱਧਦਾ ਗਿਆ, ਨੋਟਿਸ ਆਉਂਦੇ ਗਏ, ਪ੍ਰੈਸ਼ਰ ਇੰਨਾ ਹੋਇਆ ਕਿ ਉਹ ਕਿਸਾਨ ਮੇਰੇ ਪਿੰਡ ਦਾ ਖੁਦਕੁਸ਼ੀ ਕਰਕੇ ਮਰ ਗਿਆ। ਉਸ ਆਸ 'ਚ ਕਿ ਉਹਦਾ ਕਰਜ਼ਾ ਮਾਫ ਹੋਊਗਾ। ਬਾਕੀ ਪੰਜਾਬ ਦੇ ਕਿਸਾਨਾਂ ਦੀ ਹਾਲ ਦੇਖੋ ਕਿਸ ਤਰ੍ਹਾਂ ਦੀ ਹੈ, ਜਿਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ, ਵਾਅਦੇ ਵੀ ਧਾਰਮਿਕ ਕਿਤਾਬਾਂ ਦੇ ਹੱਥ ਰੱਖ ਕੇ ਸਹੁੰ ਖਾ ਕੀਤੇ ਗਏ ਸੀ। ਤੇ ਫਿਰ ਖੇਤ ਮਜ਼ਦੂਰ ਨੇ ਜਿਨ੍ਹਾਂ ਦੀ ਹਾਲਤ ਛੋਟੀ ਕਿਸਾਨੀ ਤੋਂ ਭੈੜੀ ਹੈ, ਕਿਉਂਕਿ ਉਹਨਾਂ ਕੋਲ ਤਾਂ ਵੇਚਣ ਲਈ ਆਪਦੀ ਕਿਰਤ ਤੋਂ ਬਿਨਾਂ ਕੁਝ ਨਹੀਂ ਹੁੰਦਾ। ਤੇ ਮੈਂ ਇੱਕ ਸਰਵੇ ਕੀਤਾ ਸੀ ਮਜ਼ਦੂਰ ਪਰਿਵਾਰਾਂ ਦਾ, ਔਸਤਨ ਇਹ ਪੌਣੇ 2 ਕਮਰੇ ਆਉਂਦੇ ਨੇ, 2 ਖਾਣਾ ਵਾਲੇ, ਬਹੁਤ ਛੋਟੇ ਛੋਟੇ। ਇਹ ਲੋਕ ਉੱਥੇ ਰਹਿੰਦੇ ਨੇ। ਗਲੀਆਂ ਨਾਲੀਆਂ ਇੰਨੀਆਂ ਤੰਗ ਹੈ ਕਿ ਐਮਰਜੈਂਸੀ ਕਿਸੇ ਔਰਤ ਨੂੰ ਬੱਚਾ ਆਉਣਾ ਹੋਵੇ, ਕਿਸੇ ਨੂੰ ਹਾਰਟ ਪ੍ਰੋਬਲਮ ਆ ਜਾਏ, ਫੈਮਿਲੀ ਮੈਂਬਰ ਨੂੰ ਕੋਈ ਹੋਰ ਪ੍ਰੋਬਲਮ ਆ ਜਾਏ ਵੱਡੀ, ਉਹਨਾਂ ਦੇ ਘਰਾਂ 'ਚ ਕਾਰ ਵੀ ਨਹੀਂ ਜਾ ਸਕਦੀ, ਇਹੋ ਜਿਹੀਆਂ ਗਲੀਆਂ ਵੀ ਹੈਗੀਆਂ। ਤੇ ਉਹਨਾਂ ਦਾ ਕਰਜ਼ੇ ਦਾ ਤਾਂ ਪੈਸਾ ਵੀ ਨਹੀਂ ਮਾਫ ਕੀਤਾ ਗਿਆ, ਜਦੋਂ ਉਹਨਾਂ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਸੀ। ਪਰ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੇ ਸੰਸਥਾਗਤ ਤੇ ਗੈਰ ਸੰਸਥਾਗਤ ਸਾਰੇ ਕਰਜ਼ੇ ਜਿਹੜੇ ਬੈਂਕਾਂ ਦੇ ਨੇ, ਹੋਰ ਇਸ ਤਰ੍ਹਾਂ ਸੰਸਥਾਵਾਂ ਜਾਂ ਸ਼ਾਹੂਕਾਰਾਂ ਆੜ੍ਹਤੀਆਂ ਦੇ ਨੇ, ਸਾਰੇ ਮਾਫ ਕਰਾਂਗੇ। ਉਹ ਨਹੀਂ, ਹੁਣ ਤਾਂ 2022 ਲਈ ਨਵੇਂ ਵਾਅਦੇ ਘੜੇ ਜਾ ਰਹੇ ਨੇ, ਉਹਨਾਂ ਲਈ ਨਵੀਆਂ ਟੀਮਾਂ ਹਾਇਰ ਕੀਤੀਆਂ ਜਾ ਰਹੀਆਂ। ਜੀ ਜੀ ਜੀ, ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਆਪਾਂ ਨਵੇਂ ਜਿਹੜਾ ਹੁਣ ਮੈਂ ਕਹਿੰਦੀ ਆ ਕਿ ਆਰਡੀਨੈਂਸ ਹੈ ਨਾ, ਇਸ ਆਰਡੀਨੈਂਸ ਦਾ ਜਿਹੜਾ ਕੀ ਪ੍ਰਭਾਵ ਪਏਗਾ, ਜਿਹੜਾ ਕਿ ਤਿੰਨ ਆਰਡੀਨੈਂਸਸ ਆਏ ਨੇ। ਇਹ ਜਿਹੜੇ ਆਰਡੀਨੈਂਸਸ ਹੈ ਉਹ ਐਕਸਟ੍ਰੀਮ ਦੀ ਐਮਰਜੈਂਸੀ ਲਈ ਪ੍ਰੋਵੀਜ਼ਨ ਹੈ ਕਨਸਟੀਟਿਊਸ਼ਨ 'ਚ। ਉਹ ਇਹ ਨਹੀਂ ਕਿ ਜਾਂ ਮਰਜ਼ੀ ਕੇਂਦਰ ਸਰਕਾਰ ਇਸ਼ੂ ਕੀਤੀ ਜਾਵੇ। ਇਹ ਜਿਹੜੇ ਇਹ 3 ਆਰਡੀਨੈਂਸ 3 ਜੂਨ 2020 ਨੂੰ ਕੇਂਦਰੀ ਕੈਬਨਿਟ 'ਚ ਪਾਸ ਕੀਤੇ ਗਏ ਅਤੇ 5 ਜੂਨ ਨੂੰ ਰਾਸ਼ਟਰਪਤੀ ਦੀ ਸਹੀ ਪਵਾਈ ਗਈ ਤੇ ਉਸੇ ਦਿਨ ਭਾਰਤ ਦੇ ਗਜ਼ਟ 'ਚ ਨੋਟੀਫਾਈ ਕਰ ਦਿੱਤੇ ਗਏ। ਆਉਣ ਵਾਲੇ 6 ਮਹੀਨੇ 'ਚ ਲਾਗੂ ਰਹਿਣਾ। ਇਹਨਾਂ ਦੀ ਕੋਈ ਅਰਜੈਂਸੀ ਨਹੀਂ ਸੀ। ਇਹ ਆਰਡੀਨੈਂਸ ਜਿਸ ਤਰ੍ਹਾਂ ਪਾਸ ਕੀਤੇ ਗਏ, ਇਹਦੇ ਨਾਲ ਸਾਡੇ ਸੰਘੀ ਢਾਂਚੇ ਦੀ ਸੰਘੀ ਜਿਹੜੀ ਪਹਿਲਾਂ ਹੀ ਘੁੱਟੀ ਜਾਂਦੀ ਆ ਰਹੀ ਹੈ ਲੰਬੇ ਟਾਈਮ ਤੋਂ, ਉਹ ਹੋਰ ਜ਼ਿਆਦਾ ਘੁੱਟੀ ਗਈ। ਤੇ ਪਰ ਇੱਕ ਅਫਸੋਸ ਦੀ ਗੱਲ ਹੈ, ਇੱਕ ਪਾਰਟੀ ਜਿਹੜੀ ਸੰਘੇ ਢਾਂਚੇ ਵਾਲੀ ਸਹੁੰ ਖਾਂਦੀ ਹੁੰਦੀ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੀ ਸੀ, ਸ਼੍ਰੋਮਣੀ ਅਕਾਲੀ ਦਲ, ਉਹ ਆਪ ਇਸ ਆਰਡੀਨੈਂਸ ਦੇ ਵਿੱਚ ਪਾਰਟੀ ਹੈ ਕਿਉਂਕਿ ਉਹ ਐਨਡੀਏ ਦਾ ਪਾਰਟ ਹੈ। ਜੀ ਬਿਲਕੁਲ। ਤੇ ਜਿਹੜੇ 3 ਆਰਡੀਨੈਂਸਸ ਨੇ, ਇਹ ਮੈਂ ਆਮ ਬੰਦਿਆਂ ਲਈ, ਤੁਸੀਂ ਇਹਨਾਂ ਦਾ ਟੈਕਨੀਕਲ ਨਾਮ ਦੱਸਿਆ, ਮੈਂ ਆਮ ਬੰਦਿਆਂ ਲਈ ਦੱਸਦਾ। ਪਹਿਲਾ ਹੈਗਾ ਮੁਕਾਬਲੇਬਾਜ਼ੀ ਵਾਲਾ, ਭਾਵ ਜਿਹੜੀਆਂ ਹੁਣ ਮੰਡੀਆਂ ਨੇ ਉੱਥੇ ਜਿਹੜੀ MSP ਹੈ ਉਹਦੇ ਬੇਸਿਸ ਤੇ ਸਾਡੇ 2 ਮੁੱਖ ਫਸਲਾਂ ਕਣਕ ਤੇ ਧਾਨ ਵਿਕਦਾ ਹੈਗਾ। ਹੁਣ ਬਾਹਰ ਮੰਡੀਆਂ ਪ੍ਰਾਈਵੇਟ ਹੋਣਗੀਆਂ, ਪ੍ਰਾਈਵੇਟ ਮੰਡੀਆਂ 'ਚ ਕਿਸਾਨਾਂ ਦੇ ਫਸਲ ਲਈ ਵੱਖ-ਵੱਖ ਵਪਾਰੀਆਂ 'ਚ ਮੁਕਾਬਲੇਬਾਜ਼ੀ ਹੋਊਗੀ। ਜਿਹੜੇ ਇਹ ਸਰਕਾਰ ਦੱਸ ਰਹੀ ਹੈ ਸਾਨੂੰ, ਪਰ ਬੇਟੇ ਉਹ ਬੰਦੇ ਤਾਂ ਆਪਦੀ ਫਸਲ ਜਿਹੜੀ ਹੈਗੀ ਮੰਡੀ 'ਚ ਜਾ ਕੇ ਉੱਥੇ ਇੱਕ ਭਾਅ ਤੇ ਵੇਚ ਦਿੰਦੇ ਨੇ। ਜਿਹੜੇ ਇਹ ਪ੍ਰਾਈਵੇਟ ਵਪਾਰੀ ਹੁੰਦੇ ਨੇ ਜਾਂ ਹੋਰ ਇਸ ਤਰ੍ਹਾਂ ਵੱਡੀਆਂ ਕੰਪਨੀਆਂ ਹੁੰਦੀਆਂ ਨੇ, ਇਹਨਾਂ ਦਾ ਇੱਕੋ ਇੱਕ ਮਕਸਦ ਆਪਦੇ ਨਫੇ ਵਧਾਉਣਾ ਹੁੰਦਾ, ਕਿਸਾਨਾਂ ਦਾ ਭਲਾ ਕਰਨਾ ਨਹੀਂ ਹੁੰਦਾ ਹੈਗਾ। ਜੇ ਪ੍ਰਾਈਵੇਟ ਮੰਡੀਆਂ ਹੋਣਗੀਆਂ, ਕਿਸਾਨਾਂ ਦਾ ਭਲਾ ਇੱਕ ਝੋਲੂ ਦੇ ਤੌਰ ਤੇ ਟੈਂਪਰੇਰੀਲੀ ਇੱਕ ਅੱਧੀ ਵਾਰੀ 5-10 ਰੁਪਏ ਕੁਇੰਟਲ ਦਾ ਵੱਧ ਹੋ ਸਕਦਾ ਹੈਗਾ, ਪਰ ਮੁੜ ਕੇ ਕਿਵੇਂ ਹੋਊਗਾ? ਮੁੜ ਕੇ ਉਹ ਘੱਟ ਕੀਮਤਾਂ ਮਿਲਣਗੀਆਂ। ਮੋਰ ਓਵਰ ਇਹੀ ਕਿਸਾਨ ਪਿੰਡਾਂ 'ਚ ਰਹਿੰਦੇ ਨੇ। ਇਕੱਲੇ ਪੰਜਾਬ ਦੇ ਵਿੱਚ ਐਗਰੀਕਲਚਰ ਮਾਰਕੀਟਿੰਗ ਬੋਰਡ ਦੀ ਆਮਦਨ ਫੀਸ ਤੋਂ ਅਤੇ ਰੂਰਲ ਡਿਵੈਲਪਮੈਂਟ ਫੰਡ ਤੋਂ 3900 ਕਰੋੜ ਰੁਪਈਆ, ਤਕਰੀਬਨ 4000 ਕਰੋੜ ਰੁਪਈਆ। ਉਹ ਪਿੰਡ ਦੀਆਂ ਲਿੰਕ ਸੜਕਾਂ, ਜਿਹਦੇ ਨਾਲ ਪੰਜਾਬ ਦਾ ਹਰੇਕ ਪਿੰਡ ਮੇਨ ਰੋਡ ਨਾਲ ਜੁੜਿਆ ਤੇ ਮੰਡੀ ਨਾਲ ਕਨੈਕਟਡ ਹੈਗਾ, ਉਹ ਇਕੱਲੇ ਪੰਜਾਬ 'ਚ, ਸਾਰੇ ਭਾਰਤ 'ਚੋਂ ਉਹ ਉਹਦੇ ਤੇ ਖਰਚ ਹੋ ਰਿਹਾ। ਪਿੰਡ ਦੀਆਂ ਗਲੀਆਂ ਨਾਲੀਆਂ ਦੇ ਪੈਸਾ ਉੱਥੋਂ ਖਰਚ ਹੋ ਰਿਹਾ, ਹੋਰ ਡਿਵੈਲਪਮੈਂਟ ਤੇ ਹੋ ਰਿਹਾ। ਐਗਰੀਕਲਚਰ ਮਾਰਕੀਟਿੰਗ ਨੈਟਵਰਕ, ਫੜ ਬਣਾਉਣੇ, ਸ਼ੈੱਡ ਬਣਾਉਣੇ, ਪਾਣੀ ਦਾ ਇੰਤਜ਼ਾਮ ਕਰਨਾ, ਲੋਕਾਂ ਦੀ ਸਟੇ ਦਾ ਇੰਤਜ਼ਾਮ ਕਰਨਾ, ਸਾਰਾ ਉਹਦੇ ਹੋ ਰਿਹਾ। ਫਿਰ ਇਹ ਮੁੜ ਕੇ ਕਿਵੇਂ ਹੋਊਗਾ? ਤੇ ਇਹ ਬਣਿਆ ਹੋਇਆ ਇਨਫਰਾਸਟ੍ਰਕਚਰ ਕਿੱਥੇ ਜਾਊਗਾ? ਤੇ ਐਡੀ ਵੱਡੀ ਆਮਦਨ ਦਾ ਘਾਟਾ ਕਿਵੇਂ ਪੂਰਾ ਹੋਊਗਾ? ਬਿਲਕੁਲ ਤੇ ਇਹ ਤਾਂ ਹੈਗੀ ਮੰਡੀਆਂ ਦੀ ਗੱਲ। ਇਹ ਦੂਜੀ ਗੱਲ ਹੈਗੀ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੀ। ਜਿਹੜੀ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਹੈ, ਉਹਨੂੰ ਬਹੁਤ ਹੀ ਜ਼ਿਆਦਾ ਨਰਮ ਕਰਨ ਦੀ ਹੈ। ਇਸ ਐਕਟ ਦੇ ਅਕੋਰਡਿੰਗਲੀ ਜਿਹੜੀਆਂ ਸਾਡੀਆਂ ਸਰਕਾਰ, ਸੂਬਾ ਸਰਕਾਰ ਜਿਹੜੀ ਕਮੋਡਿਟੀ ਨੂੰ ਐਸੈਂਸ਼ੀਅਲ ਕਮੋਡਿਟੀ ਕਹਿੰਦੀ ਹੈ, ਉਹਦਾ ਸਟਾਕ ਕਰਨ ਦੀ ਲਿਮਟ ਤੇ ਸਟਾਕ ਕਰਨ ਦੀ ਲਿਮਟ ਹੈ, ਬੇਦੂ ਵੱਧ ਨਹੀਂ। ਪਰ ਇਸ ਆਰਡੀਨੈਂਸ ਨੇ ਸਾਰੀਆਂ ਲਿਮਟਾਂ ਖਤਮ ਕਰਤੀਆਂ। ਹੁਣ ਜ਼ਖੀਰੇਬਾਜ਼ ਜਿਹੜੇ ਹੈਗੇ, ਉਹ ਜਿੰਨਾ ਮਰਜ਼ੀ ਖਰੀਦ ਕੇ, ਕਿਉਂਕਿ ਜਦੋਂ ਫਸਲ ਆਉਂਦੀ ਹੈ ਤਾਂ ਉਹਦੀਆਂ ਮੰਡੀ 'ਚ ਕੀਮਤਾਂ ਘੱਟ ਹੁੰਦੀਆਂ ਨੇ, ਤੇ ਜਦੋਂ ਉਹਨੂੰ ਖਰੀਦ ਕੇ ਵੱਡੇ ਸਟਾਕ ਕਰ ਲੈਣਗੀਆਂ, ਫਿਰ ਜਦੋਂ ਉਹਨੂੰ ਵੇਚਣਾ, ਫਿਰ ਆਪਦੀ ਮਨਮਰਜ਼ੀ ਦੇ ਭਾਅ ਦੇ ਵੇਚਣਗੀਆਂ। ਕਿਸਾਨ ਵੀ ਲੁੱਟੇ ਜਾਣਗੇ ਤੇ ਖਾਣ ਵਾਲੇ ਵੀ ਲੁੱਟੇ ਜਾਣਗੇ। ਇਹ ਗੱਲ ਹੋਊਗੀ। ਤੇ ਤੀਜੀ ਗੱਲ ਹੈ
ਪ੍ਰਾਈਸ ਗਰੰਟੀ ਜਾਂ ਪ੍ਰਾਈਸ ਇੰਸ਼ੋਰੈਂਸ, ਐਗਰੀਕਲਚਰ ਪ੍ਰੋਡਿਊਸ ਪ੍ਰਾਈਸ ਗਰੰਟੀ ਔਰ ਪ੍ਰਾਈਸ ਇੰਸ਼ੋਰੈਂਸ, ਭਾਵ ਕਿ ਜਿਹੜੀ ਫਸਲ ਅੱਗੇ ਨੂੰ ਆਉਣੀ ਹੈ ਉਹਦੀ ਪ੍ਰਾਈਸ ਗਰੰਟੀ ਹੋਣੀ ਜਾਵੇ। ਇਹ ਤਾਂ ਲਫ਼ਜ਼ਾਂ ਦਾ ਹੇਰ ਫੇਰ ਹੈ, ਇਹਦਾ ਕੁਛ ਵੀ ਨਹੀਂ। ਇਹਦਾ ਇਕਰਾਰਨਾਮਾ, ਇਹ ਖੇਤੀਬਾੜੀ ਦਾ ਇੱਕ ਸਿਸਟਮ ਹੈ ਜਿਹਨੂੰ ਕੰਟਰੈਕਟ ਫਾਰਮਿੰਗ ਕਹਿੰਦੇ ਆ, ਉਹ ਹੈਗਾ। ਕੰਟਰੈਕਟ ਫਾਰਮਿੰਗ ਦਾ ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਐਗਜ਼ਾਮਪਲ ਦੇ ਨੇ। ਪੰਜਾਬ ਤੋਂ ਬਾਹਰ ਐਗਰੋ ਪ੍ਰੋਸੈਸਿੰਗ ਇੰਡਸਟਰੀਅਲ ਯੂਨਿਟਸ ਨੇ ਕਿਸਾਨਾਂ ਨਾਲ ਇਹ ਇਕਰਾਰਨਾਮੇ ਕੀਤੇ, ਜਿਹੜੀਆਂ ਟਰਮਸ ਐਂਡ ਕੰਡੀਸ਼ਨ ਛੋਟੇ ਜਿਹਾ ਕਰਕੇ ਲਿਖਣ ਦਾ ਸਟਾਰ ਲਾ ਕੇ ਉਹ ਇੰਨੀਆਂ ਬਰੀਕ ਹੁੰਦੀਆਂ ਕਿ ਪੜ੍ਹ ਵੀ ਨਹੀਂ ਸਕਦਾ। ਉਹ ਕਿਸਾਨ ਘੱਟ ਪੜ੍ਹਿਆ ਹੋਣ ਕਰਕੇ ਉਹਨਾਂ ਨੂੰ ਜੇ ਪੜ੍ਹਨਾ ਚਾਹੇ ਲੈਂਜ ਲਾ ਕੇ ਵੀ ਨਹੀਂ ਪੜ੍ਹ ਸਕਦਾ। ਤੇ ਮੰਨ ਲਓ ਆਲੂ ਦਾ ਕੰਟਰੈਕਟ ਫਾਰਮ ਨੇ ਕਰ ਲਿਆ, ਉਹਦਾ ਚਿਪਸ ਬਣਾਉਣੀ ਹੈ, ਜੇ ਆਲੂ ਮਾਰਕੀਟ 'ਚ ਬਹੁਤ ਜ਼ਿਆਦਾ ਹੋ ਗਿਆ ਤਾਂ ਇਹ ਫਰਮਾਂ ਕੀ ਕਰਦੀਆਂ ਨੇ, ਜਿਵੇਂ ਪੰਜਾਬ 'ਚ ਹੋਇਆ ਕਿ ਜੀ ਆਲੂ 'ਚ ਸ਼ੂਗਰ ਜ਼ਿਆਦਾ ਹੈ, ਆਲੂ ਦਾ ਸਾਈਜ਼ ਛੋਟਾ ਹੈ, ਉਹ ਖੇਤ 'ਚ ਛੱਡ ਜਾਂਦੀਆਂ ਨੇ। ਜਿਹੜੇ ਸਾਲ ਆਲੂ ਦੀ ਫਸਲ ਥੋੜੀ ਹੋਵੇ, ਕੀਮਤਾਂ ਬਹੁਤ ਜ਼ਿਆਦਾ ਹੋਣ, ਉਸ ਸਾਲ ਕੀ ਹੁੰਦਾ ਕਿ ਉਸ ਸਾਲ ਆਪਦੇ ਸਿਕਿਉਰਿਟੀ ਗਾਰਡ ਖੜਾ ਦਿੰਦੀਆਂ ਨੇ, ਉੱਥੋਂ ਕੱਲਾ ਕੱਲਾ ਦਾਣਾ ਖੇਤ 'ਚੋਂ ਚੱਕ ਲੈਂਦੇ ਕਿ ਫਾਰਮਰ ਬਾਹਰ ਨਾ ਵੇਚ ਦੇਵੇ। ਸੋ ਕੰਟਰੈਕਟ ਜਾਂ ਜਿਵੇਂ ਬਾਸਮਤੀ ਦਾ ਕੰਟਰੈਕਟ ਹੁੰਦਾ ਹੈਗਾ, ਜਿਹੜੇ ਸਾਲ ਕੀਮਤਾਂ ਜ਼ਿਆਦਾ ਨੇ ਕੱਲਾ ਕੱਲਾ ਦਾਣਾ ਖੇਤ 'ਚੋਂ ਚੱਕ ਲੈਣਾ, ਜਿਹੜੇ ਸਾਲ ਕੀਮਤਾਂ ਬਹੁਤ ਘੱਟ ਨੇ ਕਹਿਣਾ ਜੀ ਵੀ ਇਹ 'ਚ ਮੋਇਸਚਰ ਜ਼ਿਆਦਾ ਹੈਗਾ, ਇਹਦਾ ਡਿਸਕਲਰਿੰਗ ਹੈਗੀ, ਬਦਰੰਗ ਹੋ ਗਿਆ, ਉਹਨੂੰ ਛੱਡ ਜਾਣਾ। ਇਸ ਲਈ ਕੰਟਰੈਕਟ ਫਾਰਮਿੰਗ ਸਾਨੂੰ ਇਹਦੀ ਲੋੜ ਨਹੀਂ। ਜਿਹੜਾ ਚੀਟਿੰਗ ਵਾਲਾ ਹੈਗਾ, ਜਿਹੜਾ ਉਹ ਸਾਨੂੰ ਦੱਸ ਰਹੇ ਨੇ, ਸਾਨੂੰ ਪ੍ਰਾਈਸ ਗਰੰਟੀ ਸਕੀਮ ਦੀ MSP ਹੈ ਜਿਹੜੀ ਕੇਂਦਰ ਸਰਕਾਰ 23 ਫਸਲਾਂ ਦੀ ਤੈਅ ਕਰਦੀ ਹੈ, ਪਰ ਉਹ ਚੋਂ ਕੁੱਲ ਮਿਲਾ ਕੇ 2 ਫਸਲਾਂ, ਉਹ ਵੀ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਤੇ ਥੋੜੇ ਜਿਹੇ ਹੋਰ ਪਾਰਟ 'ਚ ਹੈ ਕਿ ਉਹ ਗਰੰਟੀ ਹੈਗੀ ਆ ਕਿ ਜਾਂ ਫਸਲ ਉੱਥੇ ਲੈ ਕੇ ਜਾਂਦੇ ਉਹ ਵਿਕਦੀ ਹੈ। ਪਰ ਜਿਹੜੀ ਇਹ ਪ੍ਰਾਈਸ ਗਰੰਟੀ ਦੀ ਗੱਲ ਕਰਦੇ ਨੇ ਉਹਦਾ ਚੀਟਿੰਗ ਹੈ, ਉਹਦੇ ਨਾਲ ਕਿਸਾਨ ਬਰਬਾਦ ਹੋ ਜਾਣਗੇ। ਕੁੱਲ ਮਿਲਾ ਕੇ ਜਿਹੜੀਆਂ ਤਿੰਨੇ ਆਰਡੀਨੈਂਸਸ ਹੈ, ਉਹ ਪਹਿਲੀ ਗੱਲ ਬਜਟ ਦੇ ਵਿੱਚ ਜਿਹੜਾ ਕੁਝ ਸਾਡੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਇੰਡੀਕੇਸ਼ਨ ਦਿੱਤੀਆਂ ਸੀ, ਉਹ ਬਿਲਕੁਲ ਉਹਦੇ ਉੱਪਰ ਪੂਰਾ ਉਤਰਦਾ। ਤੇ ਦੂਜੇ ਪਾਸੇ ਇਹਦੇ ਨਾਲ ਜਿਹੜਾ ਹੈਗਾ, ਇਹਦੇ ਨਾਲ ਇਹ ਕੇਂਦਰ ਸਰਕਾਰ ਨੇ ਇੱਕ ਕਮੇਟੀ ਅਪਾਇੰਟ ਕੀਤੀ ਜਿਹਨੂੰ ਸ਼ਾਂਤਾਰਾਮ ਕਮੇਟੀ ਕਹਿੰਦੇ ਆ। ਉਹ ਹਿਮਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ ਰਹੇ ਤੇ ਫਿਰ MP ਰਹੇ ਨੇ ਸਾਡੇ ਦੇਸ਼ ਦੇ, ਤੇ ਉਹਦੇ ਵਿੱਚ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਹੈ ਕਿ MSP ਬੰਦ ਕਰੋ ਅਤੇ ਜਿਹੜੀ FCI ਇਹਨੂੰ ਤੋੜ ਦਿਓ, ਕੋਈ ਲੋੜ ਨਹੀਂ ਹੈਗੀ। ਜੇ MSP ਖਤਮ ਕਰ ਦਿੱਤੀ ਜਾਂਦੀ ਹੈ, FCI ਬਿਲਕੁਲ ਵੰਡ ਦਿੱਤੀ ਜਾਂਦੀ ਹੈ, ਤੋੜ ਦਿੱਤੀ ਜਾਂਦੀ ਹੈ, ਤਾਂ ਕਿਸਾਨਾਂ ਦਾ ਤੇ ਖੇਤੀਬਾੜੀ ਆਰਥਿਕਤਾ ਦਾ ਵੱਡਾ ਨੁਕਸਾਨ ਹੋਊਗਾ। ਕਿਉਂਕਿ ਅਜਿਹਾ ਕਰਨ ਨਾਲ ਹੁਣ ਤਾਂ ਕੋਈ ਨਾ ਕੋਈ ਗਰੰਟੀ ਹੈ ਕਿ ਤੁਹਾਡੀ ਲੁੱਟ ਕਿੱਥੇ ਆ ਕੇ ਰੁਕ ਜਾਣੀ ਹੈ। ਲੁੱਟ ਹੁਣ ਵੀ ਹੋ ਰਹੀ ਹੈ, ਤਾਂ ਹੀ ਕਿਸਾਨ ਕਰਜ਼ੇ ਤੇ ਗਰੀਬੀ 'ਚ ਆ ਰਹੇ ਨੇ, ਦਿਨੋਂ ਦਿਨ ਜ਼ਮੀਨਾਂ ਵੇਚ ਰਹੇ ਨੇ, ਖੇਤ ਮਜ਼ਦੂਰ 2 ਡੰਗ ਦੀ ਰੋਟੀ ਨੂੰ ਤਰਸ ਰਹੇ ਨੇ, ਪਿੰਡੂ ਕਾਰੀਗਰ ਰੁਜ਼ਗਾਰ ਨੂੰ ਤਰਸ ਰਿਹਾ, ਰੋਟੀ ਨੂੰ ਤਰਸ ਰਿਹਾ ਹੈਗਾ। ਜੇ ਇਹ ਸਾਰਾ ਕੁਝ ਬੰਦ ਹੋ ਗਿਆ ਫਿਰ ਤੇ ਹੋਰ ਬਹੁਤ ਬੜੀ ਹਾਲਤ ਹੋ ਜੂਗੀ। ਤੇ ਇਸੇ ਲੜੀ 'ਚ ਇਹ ਤਿੰਨੇ ਆਰਡੀਨੈਂਸ ਤੋਂ ਬਾਅਦ ਸਾਡੇ ਐਗਰੀਕਲਚਰ ਮਿਨਿਸਟਰ ਨੇ, ਸੈਂਟਰ ਦੇ ਨੇ ਕਿਹਾ ਕਿ ਅਸੀਂ MSP ਬੰਦ ਨਹੀਂ ਕਰ ਰਹੇ, ਕਿਉਂਕਿ ਪੰਜਾਬ ਦੀ ਇੱਕ ਭਾਈਬੰਦ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਕਿਹਾ ਵੀ ਇਹਦੇ ਨਾਲ ਸਾਡਾ ਜਿਹੜਾ ਹੈਗਾ ਨੁਕਸਾਨ ਹੁੰਦਾ ਹੈਗਾ, ਉਹਨੇ ਇਹ ਸਟੇਟਮੈਂਟ ਦਿੱਤੀ। ਪਰ MSP ਬੰਦ ਨਹੀਂ ਕਰ ਰਹੇ, ਪਰ ਪ੍ਰੋਕਿਉਰਮੈਂਟ ਬਾਰੇ ਤਾਂ ਕੋਈ ਅਸ਼ੋਰੈਂਸ ਨਹੀਂ ਦਿੱਤੀ। ਇਹਦੀ ਬਿਲਕੁਲ ਪੁਖਤਾ ਐਗਜ਼ਾਮਪਲ ਹੈ ਇੱਕ ਹੋਰ ਕਿ ਇਹਨੂੰ ਫਿਰ ਕਨਫਰਮ ਕਰਤਾ ਨਿਤਨ ਗਡਕਰੀ ਨੇ 11 ਜੂਨ ਨੂੰ ਬਿਆਨ ਦਿੱਤਾ ਕਿ MSP ਦੇਸ਼ ਦੀ ਆਰਥਿਕਤਾ ਲਈ ਖਤਰਾ ਹੈ। ਇਹ ਘਰੇਲੂ ਅਤੇ ਅੰਤਰਰਾਸ਼ਟਰੀ ਕੌਮਾਂਤਰੀ ਕੀਮਤਾਂ ਨਾਲੋਂ ਬਹੁਤ ਜ਼ਿਆਦਾ ਹੈ ਤੇ ਸਾਡੇ ਕੋਲ ਆਉਣ ਵਾਲੇ 3 ਸਾਲਾਂ ਦਾ ਕਣਕ ਤੇ ਚੌਲਾਂ ਦਾ ਸਟਾਕ ਪਿਆ। ਸਾਨੂੰ ਇਹਦੀ ਲੋੜ ਨਹੀਂ। ਜਿਹੜੇ ਪੰਜਾਬ ਜਾਂ ਹਰਿਆਣਾ ਦੇ ਕਿਸਾਨ ਨੇ ਇਹ ਕ੍ਰੌਪ ਡਾਈਵਰਸਿਫਿਕੇਸ਼ਨ ਵੱਲ ਜਾਣ। ਜਿਹੜੀ 3 ਸਾਲਾਂ ਦੇ ਸਟਾਕ ਦੀ ਗੱਲ ਹੈ ਉਹ ਮੇਰੀ ਸਮਝ ਤੋਂ ਬਾਹਰ ਹੈ। ਕਿਹੜਾ 3 ਸਾਲਾਂ ਦਾ ਸਟਾਕ ਪਿਆ ਹੈਗਾ? ਐਤਕੀ ਕਰੋਨਾ ਵਾਇਰਸ ਕਰਕੇ ਜਿਹੜੀ ਭੁੱਖਮਰੀ ਲੋਕਾਂ ਨੇ ਝੱਲੀ ਹੈ, ਉਹ ਜੋ ਜਿਹੜੀ ਮਾੜੀ ਮੋਟੀ ਰਿਲੀਫ ਮਿਲੀ ਹੈ, ਉਹ ਜਿਹੜਾ ਸਟਾਕ ਪਿਆ ਦੀ ਉਹਦੇ ਵਿੱਚੋਂ ਮਿਲੀ ਹੈ। ਮੋਰ ਓਵਰ ਅਸੀਂ ਵੱਡੀ ਗਿਣਤੀ ਨੂੰ ਪਹਿਲਾਂ ਹੀ ਭੁੱਖਮਰੀ 'ਚ ਪਾਇਆ ਹੋਇਆ, ਕਿਉਂਕਿ ਜਿੰਨੀਆਂ ਕੌਮਾਂਤਰੀ ਪੱਧਰ ਤੇ ਰਿਪੋਰਟਾਂ ਆਈਆਂ ਨੇ ਉਹ ਦੱਸ ਰਹੀਆਂ ਨੇ ਕਿ ਸਾਡੇ ਦੇਸ਼ 'ਚ ਭੁੱਖਮਰੀ ਬਹੁਤੇ ਦੁਨੀਆ ਦੇ ਦੇਸ਼ਾਂ ਨਾਲੋਂ ਜ਼ਿਆਦਾ, ਥੋੜੇ ਜਿਹੇ ਦੇਸ਼ ਹੈ ਜਿੱਥੇ ਸਾਡੇ ਨਾਲੋਂ ਵੱਧ ਭੁੱਖਮਰੀ ਹੈਗੀ। ਇਸ ਲਈ ਜਿਹੜੀ 3 ਸਾਲਾਂ ਦੇ ਸਟਾਕ ਦੀ ਗੱਲ ਕਰ ਰਿਹਾ ਉਹ ਹੈ ਕਿ ਸਾਡੇ ਕੋਲ ਖਰੀਦ ਸ਼ਕਤੀ ਘੱਟ ਹੈ। ਜੇ ਖਰੀਦ ਸ਼ਕਤੀ ਪੂਰੀ ਦੇ ਦਿੱਤੀ ਜਾਵੇ, ਸਾਡੇ ਕੋਲ ਤਾਂ 1 ਸਾਲ ਦੀ ਵੀ ਸੈਲਫ ਸਫੀਸ਼ੀਐਂਸੀ ਨਹੀਂ ਹੈ, 1 ਸਾਲ ਦਾ ਵੀ ਫੂਡ ਨਹੀਂ ਹੈਗਾ, ਸਾਨੂੰ ਹੋਰ ਬਾਹਰੋਂ ਮੰਗਵਾਉਣਾ ਪਊਗਾ। ਇਸ ਲਈ ਉਹ 3 ਸਾਲ ਦੇ ਫੂਡ ਵਾਲੀ ਗੱਲ ਬਿਲਕੁਲ ਗਲਤ ਹੈ। ਪਰ ਜੇ MSP ਤੋਂ ਹਟਣ ਤੋਂ ਬਾਅਦ 11 ਜੂਨ ਨੂੰ ਬਿਆਨ ਦਿੱਤਾ, ਜਦ ਪ੍ਰੈਸ਼ਰ ਪਏ ਤੇ ਰਾਜਸੀ ਗਿਣਤੀ ਮਿਹਨਤਾਂ ਕੀਤੀਆਂ, ਤਾਂ ਨਿਤਨ ਗਡਕਰੀ ਪਿਛਲਖੋਰੀ ਇਹ ਮੋੜਾ ਕੱਟ ਗਏ। ਜਿਹੜਾ ਪਿਛਲਖੋਰੀ ਮੋੜਾ ਹੁੰਦਾ ਹੈ ਉਹ ਕਨਵਿਕਸ਼ਨ ਜਾਂ ਕਨਵੀਨੀਅੰਸ ਦਾ ਹੁੰਦਾ ਹੈ। ਜੇ ਤਾਂ ਕਨਵਿਕਸ਼ਨ ਦਾ ਹੋਵੇ ਕਿ ਸੋਚ ਬਦਲ ਗਈ, ਉਹ ਠੀਕ ਵੀ ਹੋ ਸਕਦਾ, ਗਲਤ ਵੀ ਹੋ ਸਕਦਾ ਹੈ। ਜੇ ਕਨਵੀਨੀਅੰਸ ਦਾ ਹੋਵੇ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ। ਇਹ ਪਿਛਲਖੋਰੀ ਮੋੜਾ ਜਿਹੜਾ ਹੈਗਾ ਨਿਤਨ ਗਡਕਰੀ ਦਾ, ਇਹ ਕਨਵੀਨੀਅੰਸ ਦਾ ਸੀ। ਇਹ ਤਾਂ ਹੁਣ ਕਿਸਾਨਾਂ ਜਥੇਬੰਦੀਆਂ 'ਚ ਵਿਰੋਧ ਵੱਧਦਾ ਜਾ ਰਿਹਾ, ਉਹ ਸੰਘਰਸ਼ ਵੱਲ ਆ ਰਹੀਆਂ ਨੇ ਤੇ ਥਾਂ ਥਾਂ ਤੇ ਧਰਨੇ ਦੇ ਰਹੀਆਂ ਨੇ।
ਇਹ ਉਹਨਾਂ ਦੇ ਵਿਰੋਧ ਨੂੰ ਬਚਾਉਣ ਲਈ ਜਾਂ ਅਗਲੇ ਇਲੈਕਸ਼ਨਾਂ ਦੇ ਰਾਜਸੀ ਗਿਣਤੀ ਮਿਣਤੀ ਦੇ ਸੰਦਰਭ 'ਚ ਕੀਤਾ ਗਿਆ ਯਤਨ ਲੱਗਦਾ ਹੈ। ਜੀ 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 ਡਾਕਟਰ ਸਾਹਿਬ, ਵੈਸੇ ਇੱਕ ਗੱਲ ਇਹ ਹੈ ਕਿ ਕਿਸਾਨਾਂ ਨੂੰ ਕਹਿੰਦੇ ਜੀ ਅਸੀਂ ਖੁੱਲੀ ਛੁੱਟੀ ਦੇਤੀ, ਤੁਸੀਂ ਆਜ਼ਾਦ ਹੋ, ਫਸਲ ਜਿੱਥੇ ਮਰਜ਼ੀ ਵੇਚੋ। ਵੈਸੇ ਜੇ ਸੋਚਿਆ ਜਾਏ ਤਾਂ ਸਾਡੇ ਬਾਹਰੋਂ ਸਬਜ਼ੀਆਂ ਆਉਂਦੀਆਂ ਨੇ, ਸਾਡੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਜਾਂਦੀਆਂ ਨੇ। ਸਵਾਲ ਤੇ ਇਹ ਉੱਠਦਾ ਹੈ ਕਿ ਇੱਕ ਆਮ ਕਿਸਾਨ ਦੇ ਲਈ ਜਿਹਦੇ ਕੋਲ ਕਿੱਲਾ ਕੁ ਜ਼ਮੀਨ ਹੈ, ਉਹ ਕਿਵੇਂ ਬਾਹਰ ਲੈ ਕੇ ਜਾਏਗਾ? ਇਹ ਤੇ ਕੱਚ ਘਰੜੀਆਂ ਗੱਲਾਂ ਹੋਈਆਂ, ਸਾਰੇ ਕਿਸਾਨਾਂ ਨੂੰ ਤਾਂ ਇਹਦਾ ਕੋਈ ਫਾਇਦਾ ਹੀ ਨਹੀਂ ਹੋਏਗਾ। ਤੇ ਬੇਟਾ ਮੈਂ ਪਹਿਲਾਂ ਵੀ ਕਿਹਾ, ਦੁਬਾਰਾ ਐਕਸਪਲੇਨ ਕਰ ਦਿੰਦੇ। ਸਾਡੇ ਦੇਸ਼ 'ਚ 85% ਤੋਂ ਵੱਧ ਕਿਸਾਨ ਨੇ ਜਿਹੜੇ ਉਹ ਛੋਟੇ ਜਾਂ ਸੀਮਾਂਤੇ ਕਿਸਾਨ ਹੈ, ਭਾਵ ਉਹਨਾਂ ਕੋਲ ਵੱਧ ਤੋਂ ਵੱਧ 5 ਏਕੜ ਤੋਂ ਉਹਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈਗੀ। ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ, ਉਹਨਾਂ ਕੋਲ ਮੰਡੀ 'ਚ ਵੇਚਣ ਲਈ ਇੰਨਾ ਘੱਟ ਹੁੰਦਾ, ਉਹਨੂੰ ਵੇਚਣ ਲਈ ਵੀ ਕਿਸੇ ਦੀ ਕਿਰਾਏ ਦੀ ਟਰਾਲੀ ਜਾਂ ਕਿਰਾਏ ਦਾ ਕੋਈ ਹੋਰ ਸਾਧਨ ਲਿਜਾਂਦੇ ਨੇ। ਇਹਨਾਂ ਵਿੱਚੋਂ ਵੀ ਫਿਰ ਵੱਡੀ ਗਿਣਤੀ ਉਹ ਕਿਸਾਨ ਹੁੰਦੇ ਆ ਜਿਨ੍ਹਾਂ ਕੋਲ ਮੰਡੀ 'ਚ ਵੇਚਣ ਲਈ ਕੁਝ ਹੁੰਦਾ, ਸਿਰਫ ਆਪਦੀ ਕੰਜ਼ੰਪਸ਼ਨ ਲਈ ਪ੍ਰੋਡਿਊਸ ਕਰਦੇ ਨੇ। ਰਾਦਰ ਜੇ ਮੌਕੇ ਦੀ ਮੌਕੇ ਉਹ ਵੇਚ ਦਿੰਦੇ ਨੇ, ਬਾਅਦ 'ਚ ਫਿਰ ਉਹ ਥੋੜਾ ਕਰਕੇ ਖਰੀਦਦੇ ਵੀ ਰਹਿੰਦੇ ਆ ਕਿ ਜਿਉਂਦੇ ਵੀ ਰਹਿਣਾ। ਤੇ ਬਾਕੀ ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰ ਤੇ ਇਹ ਨੇ ਜਿਹੜੇ ਸਾਰਾ ਸਾਲ ਹੀ ਖਰੀਦਦੇ ਰਹਿੰਦੇ ਨੇ। ਇਸ ਲਈ ਜਿਹੜੀ ਖੁੱਲੀ ਛੁੱਟੀ ਦਿੱਤੀ ਗਈ ਆ ਉਹਦਾ ਵਪਾਰੀਆਂ ਲਈ ਹੈਗੀ। ਤੇ 1995 ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ, ਉਸ ਮੌਕੇ ਵੀ ਇੰਡੀਆ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਤੁਸੀਂ ਆਪਦੀਆਂ ਫਸਲਾਂ ਦੁਨੀਆ ਜਿੱਥੇ ਵੱਧ ਕੀਮਤਾਂ ਨੇ ਉੱਥੇ ਵੇਚੋਗੇ, ਮਾਲਾ ਮਾਲ ਹੋਵੋਗੇ। ਪਰ ਜਿੰਨੇ ਐਮਪੀਰੀਕਲ ਐਵੀਡੈਂਸ ਹੈ ਉਹਨੇ ਸਿੱਧਾ ਇਹ ਚਿੱਟੇ ਦਿਨ ਵਾਂਗ ਸਪਸ਼ਟ ਕਰਤਾ ਕਿ ਉਹ ਧੋਖਾ ਸੀ। ਤੇ ਉਹ ਤੋਂ ਸਬਕ ਲੈਂਦੇ ਸਾਨੂੰ ਹੁਣ ਵੀ ਸਮਝ ਲੈਣਾ ਚਾਹੀਦਾ ਹੈ ਇਹ ਕਿ 3 ਦੇ 3 ਆਰਡੀਨੈਂਸ ਕਿਸਾਨੀ ਨਾਲ ਜਾਂ ਖੇਤ ਮਜ਼ਦੂਰਾਂ ਪਿੰਡੂ ਕਾਰੀਗਰਾਂ ਨਾਲ ਧੋਖਾ ਨਹੀਂ, ਇਹ ਪੂਰੇ ਦੇਸ਼ ਨਾਲ ਧੋਖਾ ਹੋਊਗਾ। ਕਿਉਂਕਿ 1960ਵਿਆਂ 'ਚ ਜਦੋਂ ਦੇਸ਼ 'ਚ ਅਨਾਜ ਪਦਾਰਥਾਂ ਦੀ ਭਾਰੀ ਥੁੜ ਸੀ, ਉਸ ਮੌਕੇ ਅਸੀਂ ਇਹ ਅਮਰੀਕਾ ਦੀਆਂ ਸ਼ਰਤਾਂ ਮੰਨਦੇ ਹੋਏ PL 480 ਥੱਲੇ ਅਨਾਜ ਮੰਗਵਾਉਂਦੇ ਰਹੇ। ਉਸ ਮੌਕੇ ਸਾਡੀ ਜਨਸੰਖਿਆ ਹੁਣ ਵਾਲੀ ਜਨਸੰਖਿਆ ਦਾ ਤੀਜੇ ਹਿੱਸੇ ਤੋਂ ਵੀ ਘੱਟ ਸੀ, 44 ਕਰੋੜ ਤੋਂ ਘੱਟ ਸੀ। ਤੇ ਹੁਣ ਸਾਡੀ ਜਨਸੰਖਿਆ 135 ਕਰੋੜ ਤੋਂ ਅੱਗੇ ਵੱਲ ਨੂੰ ਚੱਲਦੀ ਹੈ। ਹੁਣ ਜੇ ਅਸੀਂ ਭੁਲੇਖਾ ਪਾਲੀਏ ਕਿ ਕੌਮਾਂਤਰੀ ਮੰਡੀਆਂ 'ਚ ਇਹਦੀਆਂ ਕੀਮਤਾਂ ਘੱਟ ਨੇ, ਉੱਥੇ ਕੋਈ ਇੱਕ ਇੰਡੀਵਿਜੂਅਲ ਐਕਸਪੋਰਟ ਨਹੀਂ ਕਰ ਰਿਹਾ, ਉੱਥੇ ਕਾਰਪੋਰੇਸ਼ਨਾਂ ਦੇ ਕਾਰਟਲ ਐਕਸਪੋਰਟ ਕਰਦੇ ਨੇ। ਜਾਂ ਪਤਾ ਲੱਗਣਾ ਕਿ 10, 20, 30 ਦੇਸ਼ਾਂ ਦੀ ਪਾਪੂਲੇਸ਼ਨ ਜਿੰਨੀ ਡਿਮਾਂਡ ਇਕੱਲੇ ਇੱਕ ਦੇਸ਼ ਭਾਰਤ ਜੋ ਆ ਗਈ, ਤਾਂ ਉਹਨਾਂ ਨੇ ਕੀਮਤਾਂ ਉਹ ਨਹੀਂ ਲੈਣੀਆਂ, ਉਹਨਾਂ ਨੇ ਕੀਮਤਾਂ ਅਸਮਾਨ ਨੂੰ ਲੈ ਦੇਣੀਆਂ ਨੇ। ਅੱਗੇ ਤਾਂ ਅਸੀਂ ਠੂਠਾ ਫੜ ਕੇ PL 480 ਦੀਆਂ ਸ਼ਰਤਾਂ ਮੰਨਦੇ ਹੋਏ ਅਨਾਜ ਮੰਗਵਾਇਆ ਲਿਆ ਸੀ। ਹੁਣ ਤਾਂ ਸਾਡੇ ਕੋਲ ਉਹ ਗੁੰਜਾਇਸ਼ ਵੀ ਨਹੀਂ ਹੋਣੀ। ਕਿਸੇ ਨੇ ਸਾਡਾ ਠੂਠਾ ਨਹੀਂ ਦੇਖਣਾ, ਕਿਸੇ ਨੇ ਸਾਡਾ ਕੁਛ ਨਹੀਂ ਦੇਖਣਾ। ਸਾਨੂੰ ਪੈਸੇ ਦੇਣੇ ਪੈਣਗੇ, ਪੈਸੇ ਸਾਡੇ ਕੋਲ ਹੈ ਨਹੀਂ। ਇਸ ਲਈ ਸਾਨੂੰ ਆਪਣੇ ਦੇਸ਼ ਦੇ ਵਿੱਚ ਹੀ ਮੈਨੂੰ ਲੱਗਦਾ ਹੈ ਕਿ ਹੱਲ ਲੱਭਣਾ ਚਾਹੀਦਾ ਹੈ। ਤੇ ਕਿਸਾਨੀ ਨੂੰ ਸਾਨੂੰ ਦੁਰਕਾਰਨਾ ਤੇ ਉਜਾੜਨਾ ਨਹੀਂ ਚਾਹੀਦਾ। ਇਹ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਜਿਹੜਾ ਕਿਸਾਨੀ ਤੇ ਖੇਤ ਮਜ਼ਦੂਰਾਂ ਪਿੰਡੂ ਕਾਰੀਗਰਾਂ ਨੂੰ ਦੁਰਕਾਰਨਾ ਤੇ ਉਜਾੜਨਾ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਫਸਲ ਨੇੜੇ ਨਹੀਂ ਸੀਗੀ ਹੈਗੀ ਹਜੇ, ਤੇ ਆਰਡੀਨੈਂਸ ਜਾਰੀ ਕਰਨ ਦੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਇੰਨੀ ਜਲਦੀ ਲੋੜ ਵੀ ਕੀ ਸੀ? ਹਜੇ ਕੋਈ ਨੇੜੇ ਫਸਲ ਤੇ ਜਿਹੜੀ ਸੀ ਉਹ ਹੈ ਨਹੀਂ ਸੀਗੀ ਹੈਗੀ। ਤੁਹਾਡੇ ਅਨੁਸਾਰ ਇੰਨੀ ਜਲਦੀ ਕਿਉਂ ਕੀਤੀ ਗਈ? ਕਾਹਲੀ ਕਾਹਦੀ ਸੀ ਇੰਨੀ? ਜੇ ਬੇਟਾ ਫਸਲ ਦੀ ਹਾਰਵੈਸਟਿੰਗ ਨੇੜੇ ਵੀ ਹੁੰਦੀ, ਮੰਨ ਲਓ ਇਹ ਕਣਕ ਦੀ ਹਾਰਵੈਸਟਿੰਗ ਤੋਂ 15 ਦਿਨ ਪਹਿਲਾਂ ਕਰਦੇ, ਫੇਰ ਵੀ ਇਹਦਾ ਕੋਈ ਫਾਇਦਾ ਨਹੀਂ ਸੀ ਹੋਣਾ ਜੀ। ਫੇਰ ਵੀ ਕੋਈ ਫਾਇਦਾ ਨਹੀਂ ਸੀ ਹੋਣਾ। ਹੁਣ ਤਾਂ ਇਹ ਪਹਿਲੀ ਗੱਲ ਤਾਂ ਸੰਘੀ ਢਾਂਚੇ ਦੀ ਸੰਘੀ ਕੁੱਟੀ ਗਈ ਜੀ। ਦੂਜੀ ਗੱਲ, ਕੋਈ ਵੀ ਅਰਜੈਂਸੀ ਨਹੀਂ ਸੀ ਕਿ ਦੇਸ਼ ਲਈ ਕੋਈ ਐਮਰਜੈਂਸੀ ਹੋਈ ਹੈ। ਇਸ ਲਈ ਜਿਹੜੇ ਆਰਡੀਨੈਂਸਸ ਹੈ ਇਹਦਾ ਕਾਰਪੋਰੇਟ ਫਾਰਮਿੰਗ ਨੂੰ ਪ੍ਰਮੋਟ ਕਰ ਲਿਆ। ਜੇ ਕਾਰਪੋਰੇਟ ਫਾਰਮਿੰਗ ਪ੍ਰਮੋਟ ਹੋ ਗਈ, ਉਹ ਕਿਹੜੀਆਂ ਫਸਲਾਂ ਉਗਾਉਣਗੇ ਜਿਹੜੀਆਂ ਫਸਲਾਂ ਦੀ ਮੰਗ ਸਾਡੀ ਡੋਮੈਸਟਿਕ ਤੇ ਇੰਟਰਨੈਸ਼ਨਲ ਮਾਰਕੀਟ 'ਚ ਹੋਊਗੀ। ਭਾਵੇਂ ਚਾਹੇ ਦੇਸ਼ 'ਚ ਹੋਵੇ ਚਾਹੇ ਵਿਦੇਸ਼ 'ਚ ਮੰਗ ਹੋਵੇ। ਜੇ ਗੁਆਰੇ ਦੀਆਂ ਫਲੀਆਂ ਗੁਆਰਾ ਪੈਦਾ ਕਰਕੇ ਉਹਦੀਆਂ ਫਲੀਆਂ ਤੋਂ ਬੀਜ ਪੈਦਾ ਕਰਕੇ ਉਹ ਬਾਹਰ ਨੂੰ ਭੇਜ ਸਕਦੇ ਨੇ, ਉੱਥੋਂ ਨਫਾ ਜਾਂਦਾ, ਉਹ ਕਰਨਗੇ। ਸਾਨੂੰ ਕਣਕ ਚੌਲ ਕਿਉਂ ਦੇਣਗੇ? ਕਾਰਪੋਰੇਸ਼ਨਾਂ ਸਾਨੂੰ ਭੁੱਖਾ ਮਾਰ ਦੇਣਗੀਆਂ। ਦੂਜੀ ਗੱਲ, ਹੁਣ 50% ਦੇ ਨਜ਼ਦੀਕ ਜਿਹੜੀ ਸਾਡੀ ਜਨਸੰਖਿਆ ਉਹ ਖੇਤੀਬਾੜੀ ਖੇਤਰ ਤੇ ਨਿਰਭਰ ਹੈ। ਜੇ ਉਹਨਾਂ ਨੂੰ ਬਹੁਤ ਚੰਗੀ ਰੋਟੀ ਨਹੀਂ ਮਿਲਦੀ, ਰੁੱਖੀ ਸੁੱਕੀ 2 ਡੰਗ ਦੀ ਘੱਟ ਜਾਂ ਵੱਧ ਰੋਟੀ ਮਿਲ ਰਹੀ ਹੈ। ਪਰ ਜੇ ਕਾਰਪੋਰੇਸ਼ਨਾਂ ਹੋ ਗਈਆਂ, ਹੁਣ ਕਰੋਨਾ ਮਹਾਮਾਰੀ ਨੇ ਦੱਸਤਾ ਕਿ ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰਾਂ ਦੇ ਚਮਕ ਦਮਕ ਦੇ ਭੁਲੇਖੇ ਨਾਲ ਗਏ ਹੋਏ ਸੀ, ਤੇ ਉਹ ਤਾਂ ਉਹਨਾਂ ਨੂੰ 5 ਦਿਨ ਰੋਟੀ ਵੀ ਨਹੀਂ ਖਵਾ ਸਕੇ। ਤੇ ਮੁੜ ਕੇ ਉਹ 1500 ਕਿਲੋਮੀਟਰ ਤੁਰਦੇ ਨੇ। ਕੋਈ ਬੱਚੀ ਆਪਦੇ ਬਿਮਾਰ ਪਿਓ ਨੂੰ 1500 ਕਿਲੋਮੀਟਰ ਸਾਈਕਲ ਤੇ ਹੀ ਲੈ ਕੇ ਆ ਰਹੀ ਹੈ। ਕਿਸੇ ਦਾ ਬੱਚਾ ਸੂਟਕੇਸ ਦੇ ਉੱਪਰ ਆ ਰਿਹਾ। ਕਿੰਨੇ ਲੋਕ ਮਰ ਰਹੇ ਨੇ, ਕਿੰਨੇ ਲੋਕ ਐਕਸੀਡੈਂਟ 'ਚ ਮਰ ਰਹੇ, ਕਿੰਨੇ ਲੋਕਾਂ ਦੇ ਜਿਹੜੇ ਸੱਟਾਂ ਲੱਗ ਰਹੀਆਂ ਨੇ, ਬਿਮਾਰ ਹੋ ਰਹੇ ਨੇ, ਦਮ ਤੋੜ ਰਹੇ ਨੇ। ਇਸ ਲਈ ਸਾਡਾ ਗੁਜ਼ਾਰਾ ਤਾਂ ਖੇਤੀਬਾੜੀ ਦੇ ਵਿੱਚੋਂ ਹੀ ਹੋਣਾ ਹੈ। ਅੱਜ ਸਾਡੀ ਇਕਨੋਮੀ ਕਰੋਨਾ ਮਹਾਮਾਰੀ ਦੇ ਸੰਕਟ ਤੋਂ ਪਹਿਲਾਂ ਵੀ ਸਲੋ ਡਾਊਨ ਹੋ ਰਹੀ ਸੀ।
ਸਰਕਾਰੀ ਅੰਕੜੇ ਆ ਗਏ ਉਦੋਂ ਪਹਿਲਾਂ ਵੀ। ਪਰ ਹੁਣ ਤਾਂ ਵੱਡੇ ਪੱਧਰ ਤੇ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਨੇ ਕਹਿਤਾ ਸਾਡਾ ਜਿਹੜਾ ਗਰੋਥ ਰੇਟ ਹੈ ਉਹ ਨੈਗੇਟਿਵ ਹੋਊਗਾ, ਸਿਰਫ ਤੇ ਸਿਰਫ ਗਰੋਥ ਰੇਟ ਪੋਜ਼ਿਟਿਵ ਹੋਊਗਾ ਐਗਰੀਕਲਚਰ ਸੈਕਟਰ ਦਾ। ਜੇ ਆਰਥਿਕ ਵਿਕਾਸ ਲਈ ਕੋਈ ਰੋਸ਼ਨ ਦੀ ਕਿਰਨ ਹੈਗੀ ਤਾਂ ਉਹ ਖੇਤੀਬਾੜੀ ਖੇਤਰ ਹੈਗੀ। ਸੋ ਖੇਤੀਬਾੜੀ ਖੇਤਰ ਦਾ ਗਲ ਘੁੱਟ ਕੇ ਉਹ ਕਾਰਪੋਰੇਟ ਸੈਕਟਰ ਨੂੰ ਦੇ ਕੇ ਇਹ 50% ਲੋਕਾਂ ਨੂੰ ਲੈ ਕੇ ਕਿੱਥੇ ਜਾਵਾਂਗੇ? ਸਾਡੇ ਕੋਲ ਉਦਯੋਗਿਕ ਖੇਤਰਾਂ 'ਚ ਰੁਜ਼ਗਾਰ ਨਹੀਂ, ਸਾਡੇ ਕੋਲ ਸੇਵਾਵਾਂ ਦੇ ਖੇਤਰ 'ਚ ਰੁਜ਼ਗਾਰ ਨਹੀਂ। ਜਿਹੜਾ ਰੁਜ਼ਗਾਰ ਸੀ ਉਹਦਾ ਮਿਆਰ ਕੀ ਹੈ, ਉਹਦੀ ਕੁਆਲਿਟੀ ਕੀ ਹੈ, ਉਹ ਕਰੋਨਾ ਮਹਾਮਾਰੀ ਨੇ ਦਿਖਾਤਾ ਕਿ ਉਹਦਾ 5 ਦਿਨ ਦੀ ਰੋਟੀ ਦੇਣ ਦੀ ਕੈਪੈਸਿਟੀ ਬੇਸ਼ੱਕ ਹੋਵੇ ਪਰ ਉਹਦੀ ਨੀਅਤ ਨਹੀਂ ਹੈਗੀ, ਉਹਦੀ ਜ਼ਮੀਰ ਨਹੀਂ ਹੈਗੀ। ਉਹਨਾਂ ਧੱਕੇ ਮਾਰ ਕੇ ਉਹਨਾਂ ਨੂੰ ਉੱਥੋਂ ਕੱਢਿਆ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੀ। ਇੱਕ ਨਾ ਹੁਣ ਜਿਵੇਂ ਆਰਡੀਨੈਂਸ ਜਾਰੀ ਹੋਇਆ ਤੇ ਕਿਸਾਨਾਂ ਨੂੰ ਮਿਲੀ ਤਾਂ ਕਿਸਾਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਪਤਾ ਕਿ ਸਰਕਾਰ ਨੇ ਕੋਈ ਫੈਸਲਾ ਲਿਆ, ਤਾਂ ਉਹਨਾਂ ਦਾ ਸਿੱਧਾ ਜਿਹਾ ਇਹ ਸੀਗਾ ਵੀ ਹਾਂ ਮਤਲਬ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹ ਲੈਣੀਆਂ ਨੇ। ਇੱਕ ਐਵੇਂ ਦਾ ਮਾਹੌਲ ਜਿਹੜਾ ਉਹ ਮਤਲਬ ਇੱਕ ਡਰ ਜਿਹੜਾ ਉਹ ਪੈਦਾ ਕੀਤਾ ਹੋਇਆ ਸਿੱਧੀ ਜੀ ਭਾਸ਼ਾ ਦੇ ਵਿੱਚ। ਤੁਸੀਂ ਇਹਨਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੋਗੇ? ਕਿਉਂਕਿ ਉਹ ਇਸ ਚੀਜ਼ ਜੀ ਬੇਟੇ ਉਹਨਾਂ ਜੇ ਇਹ ਗੱਲ ਤੁਹਾਡੇ ਕੋਲ ਆ ਰਹੀ ਹੈ ਮੀਡੀਆ ਵਾਲਿਆਂ ਕੋਲ ਜਾਂ ਤੁਸੀਂ ਉਹਨਾਂ ਨੂੰ ਮਿਲਦੇ ਹੋ, ਫਿਰ ਇੱਕ ਵੱਡਾ ਸੁਨੇਹਾ ਤਾਂ ਉਹਨਾਂ ਕੋਲ ਜਾ ਰਿਹਾ ਵੀ ਕਾਰਪੋਰੇਟ ਫਾਰਮਿੰਗ ਵੱਲ ਨੂੰ ਤੇਜ਼ੀ ਨਾਲ ਸਾਡੀਆਂ ਸਰਕਾਰਾਂ ਚੱਲਦੀਆਂ ਨੇ, ਹੈਨਾ। ਤੇ ਪਰ ਨਾਲ ਗੱਲ ਇਹ ਹੈ ਕਿ ਉਹਨਾਂ ਨੂੰ ਕੀ ਦੱਸਣਾ? ਇਹ ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰ ਜਥੇਬੰਦੀਆਂ, ਪਿੰਡੂ ਛੋਟੇ ਕਾਰੀਗਰ ਜਥੇਬੰਦੀਆਂ, ਉਹਦਾ ਫਰਜ਼ ਬਣਦਾ ਹੈ ਕਿ ਆਪਦੇ ਮੈਂਬਰਾਂ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਾਗਰੂਕ ਕਰਨ ਕਿ ਉਹਦੀਆਂ ਸਮੱਸਿਆਵਾਂ ਕੀ ਨੇ, ਉਹਦੇ ਲਈ ਜ਼ਿੰਮੇਵਾਰ ਕੌਣ ਹੈ, ਉਹਦਾ ਹੱਲ ਕੀ ਹੋਊਗਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿੰਨੀਆਂ ਜਥੇਬੰਦੀਆਂ ਨੇ ਇਹਨਾਂ ਦਾ ਸੰਘਰਸ਼ਾਂ ਬਿਨਾਂ ਨਹੀਂ ਸਰਨਾ। ਪਰ ਸੰਘਰਸ਼ ਕਿਸ ਤਰ੍ਹਾਂ ਦੇ ਹੋਣ? ਜਿਸ ਤਰ੍ਹਾਂ ਦਾ ਵੱਡਾ ਕਿਸਾਨ ਮਾਰਚ ਹੋਇਆ ਸੀ ਪੂਨੇ ਤੋਂ ਮੁੰਬਈ ਤੱਕ, 180 ਕਿਲੋਮੀਟਰ ਦੇ ਵਿੱਚ ਉਹ ਤੁਰੇ ਸੀ। ਜਦੋਂ ਦਿਨ ਨੂੰ ਬੱਚੇ ਪੜ੍ਹਦੇ, ਬੱਚਿਆਂ ਦੇ ਇਮਤਿਹਾਨ ਸੀ, ਉਹ ਸੌਂ ਜਾਂਦੇ ਸੀ। ਜਦੋਂ ਰਾਤ ਨੂੰ ਬੱਚੇ ਸੌਂ ਜਾਂਦੇ ਸੀ ਉਹ ਨੰਗੇ ਪੈਰੀਂ ਤੁਰਦੇ ਸੀ ਕਿ ਬੱਚਿਆਂ ਨੂੰ ਖੜਕਾ ਨਾ ਸੁਣੇ। ਜਦ ਮੁੰਬਈ ਦੇ ਲੋਕ ਉਹ ਮੁੰਬਈ ਪਹੁੰਚੇ, ਮੁੰਬਈ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਸਾਨਾਂ ਨੇ ਸਾਡੇ ਬੱਚਿਆਂ ਲਈ ਆਹ ਕੁਛ ਕੀਤਾ ਹੈ। ਉਹ ਉਹਨਾਂ ਦੇ ਪੈਰਾਂ ਥੱਲੇ ਹੱਥ ਦੇ ਰਹੇ ਸੀ, ਪੈਰਾਂ ਦੇ ਮੱਲਮ ਪੱਟੀ ਕਰ ਰਹੇ ਸੀ, ਉਹਨਾਂ ਲਈ ਖਾਣ ਲਈ ਲਿਆ ਰਹੇ ਤੇ ਮੀਡੀਆ ਦੇ ਵਿੱਚ ਆ ਕੇ ਉਹਦੀ ਸਪੋਰਟ 'ਚ ਆਪਦੇ ਬਿਆਨ ਦੇ ਰਹੇ ਸੀ, ਜਿਹਦੇ ਨਾਲ ਉਹਦੀਆਂ ਕਾਫੀ ਸਮੱਸਿਆਵਾਂ ਹੱਲ ਹੋਈਆਂ। ਇਸ ਲਈ ਸਾਡੀ ਜਿਹੜੀ ਜਥੇਬੰਦੀਆਂ ਨੇ, ਸੰਘਰਸ਼ ਬਿਨਾਂ ਉਹਦਾ ਗੁਜ਼ਾਰਾ ਨਹੀਂ ਹੋਣਾ। ਪਰ ਸੰਘਰਸ਼ ਹੈ ਜਿਹੜੇ ਉਹ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਹੋਣੇ ਚਾਹੀਦੇ ਨੇ। ਇਹ ਨਾ ਹੋਣ ਕਿ ਸੰਘਰਸ਼ ਨਾਲ ਬਾਕੀ ਦੇ ਲੋਕ ਹੋਰ ਪ੍ਰੋਬਲਮ 'ਚ ਪੈਣ ਤੇ ਉਹਨਾਂ ਨੂੰ ਬੁਰਾ ਮੰਨਣਾ ਸ਼ੁਰੂ ਕਰਨ। ਜੀ ਜੀ ਬਿਲਕੁਲ। ਤੇ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਡਾਕਟਰ ਸਾਹਿਬ ਚਾਹੀਦਾ ਕਿ ਸੌਦੇਬਾਜ਼ੀ ਤਿਆਗ ਕੇ ਸਿੱਧੇ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਜੁੜਿਆ ਜਾਏ। ਇਹ ਨਾ ਹੋਏ ਕਿ ਚਲੋ ਬਈ ਫਲਾਣੇ ਥਾਂ ਆਪਾਂ ਧਰਨਾ ਲਾਉਣਾ ਤੇ ਚਲੋ, ਤੇ ਵਿਚਾਰੇ ਕਿਸਾਨਾਂ ਨੂੰ ਟਰਾਲੀ ਦੇ ਵਿੱਚ ਪਿੱਛੇ ਬੈਠਿਆਂ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਅਸੀਂ ਕਾਹਦੇ ਲਈ ਧਰਨਾ ਲਾਉਣ ਜਾ ਰਹੇ ਹਾਂ। ਤੇ ਜਦੋਂ ਦਿਲ ਕਰਦਾ ਉਦੋਂ ਸਰਕਾਰਾਂ ਦੇ ਨਾਲ ਗੰਢ ਧੁੱਪ ਕਰ ਲੈਂਦੇ ਨੇ। ਸੋ ਮੇਰਾ ਖਿਆਲ ਹੈ ਕਿ ਕਿਸਾਨੀ ਨੂੰ ਬਚਾਉਣ ਦੇ ਲਈ ਹਰ ਇੱਕ ਖੇਤੀ ਨਾਲ ਜੁੜੇ ਬੰਦੇ ਨੂੰ ਇਮਾਨਦਾਰ ਜਿਹੜਾ ਉਹ ਹੋਣਾ ਪਏਗਾ। ਇਹ ਤੁਹਾਡਾ ਐਨਾਲਿਸਿਸ ਬਹੁਤ ਵਧੀਆ ਹੈ ਕਿ ਸਾਡੇ ਜਿਹੜੇ ਜਥੇਬੰਦੀਆਂ ਦੇ ਲੀਡਰ ਆ ਉਹ ਬਕਾਊ ਨਹੀਂ ਹੋਣੇ ਚਾਹੀਦੇ, ਉਹ ਲੋਕਾਂ ਨੂੰ ਸਮਰਪਿਤ ਹੋਣੇ ਚਾਹੀਦੇ। ਜੀ 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 ਡਾਕਟਰ ਸਾਹਿਬ, ਤੁਸੀਂ ਕੀਮਤੀ ਸਮਾਂ ਅੰਮ੍ਰਿਤਸਰ ਟਾਈਮਜ਼ ਨੂੰ ਦਿੱਤਾ, ਬੜੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ, ਬਹੁਤ ਜਾਣਕਾਰੀ ਦਿੱਤੀ। ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਬੇਟੇ, ਸਤਿ ਸ਼੍ਰੀ ਅਕਾਲ।